हेलो एवरीवन, मेरा नाम निष्ठा बंसल है। मैं एक फाइनल ईयर स्टूडेंट ਹਾਂ ਏਮਸ ਭੋਪਾਲ 'ਚ। मैंने अपना नीट 2020 'ਚ ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ। ਮੇਰਾ ਰੈਂਕ 484 ਸੀਗਾ। ਹੁਣ ਆਪਾਂ ਐਨੀਮਲ ਕਿੰਗਡਮ ਦਾ ਚੈਪਟਰ ਦਾ ਲਾਸਟ ਪਾਰਟ ਕਵਰ ਕਰਾਂਗੇ, ਜਿਹਦੇ ਅੰਦਰ ਆਪਾਂ ਅੱਗੇ ਕੋਆਰਡੀਨੇਟਰ ਦੀ ਕਲਾਸਿਸ ਕਵਰ ਕਰਾਂਗੇ। ਹੁੰਦਾ ਆਪਾਂ ਨੇ ਐਨੀਮਲ ਕਿੰਗਡਮ 'ਚ ਉਹਦੀ ਕਿ ਐਨੀਮਲਸ ਨੂੰ ਕਿਵੇਂ ਕਲਾਸੀਫਾਈ ਕਰ ਸਕਦੇ ਆ, ਕਿਸ ਬੇਸਿਸ ਤੇ ਫਾਈਲਮਸ ਬਣਦੇ ਨੇ, वो सब देख लिया। तो उसके बाद इंडिविजुअल फाइलम्स को भी डिस्कस कर लिया। ਹੁਣ ਆਪਣਾ ਸਿਰਫ ਐਂਡ ਵਾਲਾ ਪਾਰਟ ਬਚੇ, ਜਿਹਦੇ ਅੰਦਰ ਆਪਾਂ ਕੋਆਰਡੀਨੇਟਰ ਦੀ ਕਲਾਸਿਸ ਡਿਸਕਸ ਕਰਾਂਗੇ ਤੇ ਉਹਦੇ ਅੰਦਰ ਵੀ ਆਪਣੀ ਸਬ ਡਿਵੀਜ਼ਨ ਕਨੈਥੋਸਟੋਮੇਟਾ ਬਚੀ ਹੈ। ਤਾਂ ਉਹਦੇ ਨਾਲ ਸਟਾਰਟ ਕਰਦੇ ਆਪਾਂ। ਹੁਣ ਉਹਦੇ ਆਪਾਂ ਨੇ ਕਲਾਸੀਫਿਕੇਸ਼ਨ ਦੇਖੀ ਸੀ ਕਿ ਕੋਆਰਡੀਨੇਟਰ ਦੇ ਅੰਦਰ ਵੀ ਅੱਗੇ ਡਿਵਾਈਡ ਕੀਤਾ ਜਾਂਦਾ ਹੈ ਨਾਨ ਵਰਟੀਬ੍ਰੇਟ ਤੇ ਵਰਟੀਬ੍ਰੇਟ ਸਬ ਫਾਈਲਮ ਦੇ ਵਿੱਚ। ਤੇ ਅੱਗੇ ਹੁਣ ਜਿਹੜਾ ਵਰਟੀਬ੍ਰੇਟਾ ਸਬ ਫਾਈਲਮ ਹੈ, ਵਰਟੀਬ੍ਰੇਟਾ ਸਬ ਫਾਈਲਮ ਚ ਆਪਾਂ ਨੇ ਦੇਖਿਆ ਸੀ ਕਿ ਅੱਗੇ ਡਿਵੀਜ਼ਨਸ ਹੈ, ਏਗਨੈਥਾ ਤੇ ਗਨੈਥੋਸਟੋਮੇਟਾ। ਏਗਨੈਥਾ ਦੇ ਅੰਦਰ ਆਪਾਂ ਨੇ ਦੇਖਿਆ ਸੀਗਾ ਕਿ ਉਹਨਾਂ ਦੇ ਅੰਦਰ ਜਿਹਨਾਂ ਜੋ ਐਬਸੈਂਟ ਹੈ ਉਹ ਏਗਨੈਥਾ ਹੈ ਤੇ ਉਹਦੇ ਅੰਦਰ ਕਲਾਸ ਸਾਈਕਲੋਸਟੋਮੇਟਾ ਆਉਂਦੀ ਹੈ। ਤੇ ਉਸ ਤੋਂ ਬਾਅਦ ਗਨੈਥੋਸਟੋਮੇਟਾ ਮਤਲਬ ਜਿਨ੍ਹਾਂ ਕੋਲ ਜੋ ਪ੍ਰੈਜ਼ੈਂਟ ਹੈ ਤੇ ਉਹ ਅੱਗੇ ਇੱਕ ਸੁਪਰ ਕਲਾਸ ਦੇ ਅੰਦਰ ਡਿਵਾਈਡਡ ਹੈ, ਦੋ ਸੁਪਰ ਕਲਾਸਿਸ ਦੇ ਅੰਦਰ, ਜਿਵੇਂ ਕਿ ਪਾਈਸਿਸ ਤੇ ਟੈਟਰਾਪੋਡਾ। ਪਾਈਸਿਸ ਹੁਣ ਉਹ ਵਾਲੇ ਐਨੀਮਲਸ ਹੈ ਜਿਨ੍ਹਾਂ ਕੋਲ ਫਿਨਸ ਹੈ, ਤੇ ਟੈਟਰਾਪੋਡਾ ਉਹ ਵਾਲੇ ਐਨੀਮਲਸ ਹੈ ਜਿਨ੍ਹਾਂ ਕੋਲ ਲਿੰਬਸ ਹੈ। ਤੇ ਫਿਨ ਜਿਹੜੇ ਫਿਨਸ ਹੈ ਉਹ ਅੱਗੇ ਕਲਾਸਿਸ ਕੌਂਡ੍ਰਿਕਥੀਸ ਤੇ ਔਸਟਿਕਥੀਸ ਦੇ ਵਿੱਚ ਡਿਵਾਈਡਡ ਹੈ। ਕੌਂਡ੍ਰਿਕਥੀਸ ਮਤਲਬ ਉਹਨਾਂ ਦਾ ਸਕੈਲਟਨ ਕਾਰਟਿਲੇਜ ਨਾਲ ਬਣਿਆ ਹੋਏਗਾ ਤੇ ਔਸਟਿਕਥੀਸ ਮਤਲਬ ਬੋਨ ਨਾਲ ਬਣਿਆ ਹੋਏਗਾ। ਇਹ ਆਪਾਂ ਕਿਵੇਂ ਦੇਖ ਸਕਦੇ, ਜਿਵੇਂ कॉन्ड्रिक्टिस मतलब कार्टिलेज वाला ते ऑस्टिक्टिस मतलब बोन्स ले स्टैंड करते हैं। फिर उसके बाद अगे जो टेट्रापोडा है वो 4 क्लासेस के अंदर डिवाइडेड है, एम्फीबिया, रेप्टिलिया, एव्स ते मैमल्स। एम्फीबिया का मतलब है कि वो दोनों वाटर ते लैंड दोनों च रह सकते हैं। रेप्टिलिया का मतलब होंदा कि वो लैंड ते रहंदे या कुछ शायद एक्वेटिक भी होंदे ने ਤੇ ਮੋਸਟਲੀ ਉਹਨਾਂ ਦੇ ਸਕਿਨ ਤੇ ਸਕੇਲਸ ਪ੍ਰੈਜ਼ੈਂਟ ਹੁੰਦੇ ਨੇ। ਜਿਹੜੇ ਏਵਸ ਹੈ, ਏਵਸ ਦਾ ਕੀ ਹੁੰਦਾ ਕਿ ਉਹਨਾਂ ਕੋਲ ਜਿਹੜੇ ਫੋਰ ਲਿੰਬਸ ਹੈ ਦੇ ਆਰ ਮੋਡੀਫਾਈਡ ਇਨਟੂ ਵਿੰਗਸ। ਤੇ ਮੈਮਲਸ ਦਾ ਅੱਗੇ ਆਪਾਂ ਦੇਖਾਂਗੇ ਕਿ ਉਹਨਾਂ ਦੇ ਕੀ ਕੀ ਮੋਡੀਫਿਕੇਸ਼ਨਸ ਹੈ। ਤੇ ਮੈਮਲਸ ਆਪਾਂ ਨੂੰ ਬਹੁਤ ਸਾਰੇ ਹੈਬਿਟੇਟਸ ਮਿਲਦੇ ਨੇ। ਤੇ ਇੱਕ ਹੋਰ ਰਿਵੀਜ਼ਨ ਪੁਆਇੰਟ ਲਈ ਜਿਹੜਾ ਕੋਆਰਡੀਨੇਟਰ ਹੈ ਉਹਨੂੰ ਪ੍ਰੋਟੋ ਕੋਆਰਡੀਨੇਟਰ ਤੇ ਵਰਟੀਬ੍ਰੇਟਾ ਚ ਡਿਵਾਈਡ ਕੀਤਾ ਗਿਆ ਸੀਗਾ। ਪ੍ਰੋਟੋ ਕੋਆਰਡੀਨੇਟਰ ਦੇ ਅੰਦਰ ਦੋ ਡਿਵੀਜ਼ਨ ਸੀਗੇ, ਕਲਾਸਿਸ ਸੀਗੀਆਂ। ਆਪਾਂ ਉਹ ਦੇਖ ਸਕਦੇ ਹੋ, यूरो कोऑर्डिनेटर ਤੇ ਸਫੈਰੋ ਕੋਆਰਡੀਨੇਟਰ। यूरो कोऑर्डिनेटर ਨੂੰ ਟੋਰਨੀਕੇਟਾ ਵੀ ਬੋਲਦੇ ਸੀ। ਹੁਣ ਆਪਾਂ ਸਟਾਰਟ ਕਰਾਂਗੇ ਕੌਂਡ੍ਰਿਕਥੀਸ ਨਾਲ। ਜਿਹੜੇ ਕੌਂਡ੍ਰਿਕਥੀਸ ਨੇ ਇਹ ਕੀ ਹੁੰਦੇ ਨੇ ਕਿ these are marine animals with streamlined body। ਮਰੀਨ ਹੈ ਤੇ ਉਹਦੇ ਹੁਣ ਧਿਆਨ ਦਿੱਤੋ, ਵਾਟਰ ਨਹੀਂ ਬੋਲਿਆ ਗਿਆ, ਸਿੱਧਾ ਬੋਲਿਆ ਗਿਆ ਮਰੀਨ ਹੈ, ਕਿ ਮਤਲਬ ਵਾਟਰ ਦੇ ਅੰਦਰ ਵੀ ਮਰੀਨ ਐਨੀਮਲਸ ਆ। ਤੇ ਇਹਨਾਂ ਕੋਲ ਸਟ੍ਰੀਮਲਾਈਨ ਬੋਡੀ ਹੁੰਦੀ ਹੈ ਤੇ ਕਾਰਟਿਲੇਜਨਸ ਐਂਡੋਸਕੇਲੇਟਨ ਹੈ। ਕੌਂਡ੍ਰਿਕਥੀਸ ਤਾਂ ਮਤਲਬ ਕਾਰਟਿਲੇਜਨਸ ਐਂਡੋਸਕੇਲੇਟਨ। ਹੁਣ ਜਿਹੜਾ ਮਾਊਥ ਹੈ, ਮਾਊਥ ਇਜ਼ प्रेजेंट वेंट्रली। ये बहुत इंपॉर्टेंट पॉइंट है, माउथ इज प्रेजेंट वेंट्रली। ਤੇ ਜਿਹੜੀ ਨੋਟੋਕॉर्ड ਹੁੰਦੀ ਹੈ ਨਾ, ਉਹ ਇਟ ਇਜ਼ ਪਰਸਿਸਟੈਂਟ ਥਰੂ ਆਊਟ ਲਾਈਫ। ਨੋਟੋਕॉर्ड ਇਜ਼ ਪਰਸਿਸਟੈਂਟ ਥਰੂ ਆਊਟ ਲਾਈਫ। ਇਹ ਇੱਕ ਇੰਪੋਰਟੈਂਟ ਪੁਆਇੰਟ ਹੈ। ਹੁਣ ਜਿਹੜੇ ਗਿਲ ਸਲਿਟਸ ਹੈ ਨਾ, ਉਹ ਸੈਪਰੇਟ ਹੁੰਦੀਆਂ ਨੇ। ਇਹਨਾਂ ਕੋਲ ਓਪਰਕੁਲਮ ਨਹੀਂ ਹੁੰਦਾ। ਓਪਰਕੁਲਮ ਮਤਲਬ ਗਿਲ ਕਵਰ। ਨਾ ਜਿਹੜੀ ਸਕਿਨ ਹੁੰਦੀ ਹੈ, ਸਕਿਨ ਇਜ਼ ਟਫ ਤੇ ਉਹਦੇ ਕੋਲ ਮਾਈਨਿਊਟ ਪਲੇਕੋਇਡ ਸਕੇਲਸ ਹੁੰਦੇ ਨੇ। ਕੀ ਹੁੰਦੇ ਨੇ? ਮਾਈਨਿਊਟ ਪਲੇਕੋਇਡ ਸਕੇਲਸ। ਹੁਣ ਜਿਹੜੇ ਟੀਥ ਹੁੰਦੇ ਨੇ ਨਾ, ਦੇ ਆਰ ਮੋਡੀਫਾਈਡ ਇਨਟੂ ਪਲੇਕੋਇਡ ਸਕੇਲਸ। ਮਤਲਬ ਟੀਥ ਆਰ ਮੋਡੀਫਾਈਡ ਪਲੇਕੋਇਡ ਸਕੇਲਸ ਐਂਡ ਦੇ ਆਰ ਬੈਕਵਰਡਲੀ ਡਾਇਰੈਕਟਡ। ਮਤਲਬ ਕਿ ਕੁਝ ਜਿਹੜੇ ਐਂਟੀਰੀਅਰ ਮਾਊਥ ਦੇ ਕੋਲ ਸਕੇਲ ਸੀਗੇ, ਮਾਊਥ ਦੇ ਅੰਦਰ ਸਕੇਲ ਸੀਗੇ, ਉਹ ਮੋਡੀਫਾਈ ਹੋ ਕੇ ਟੀਥ ਬਣ ਗਏ ਤੇ ਉਹਨਾਂ ਦੀ ਡਾਇਰੈਕਸ਼ਨ ਹੁੰਦੀ ਹੈ ਬੈਕਵਰਡਸ। ਜਿਹੜੇ ਜੌਜ਼ ਹੁੰਦੇ ਨੇ ਇਹਨਾਂ ਦੇ, ਜੌਜ਼ ਆਰ ਵੈਰੀ ਪਾਵਰਫੁਲ ਕਿਉਂਕਿ ਮਰੀਨ ਹੈ ਤੇ ਮੋਸਟਲੀ ਇਹ
ਦੂਜੇ ਐਨੀਮਲਸ ਦੇ ਉੱਤੇ ਪ੍ਰੇ ਕਰਦੀਆਂ ਨੇ ਤੇ ਉਹਨਾਂ ਨੂੰ ਦੇ ਕੰਜ਼ਿਊਮ them as food। ਫਿਰ ਉਸ ਤੋਂ ਬਾਅਦ ਐਨੀਮਲਸ ਆਰ predaceous, ਉਰੇ ਲਿਖਿਆ ਹੋਇਆ ਨਾ predaceous। Due to absence of air bladder, they have to swim constantly to avoid sinking। ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਕੁਝ ਜਿਵੇਂ ਏਅਰ ਬਲੈਡਰ ਹੁੰਦਾ ਕਿ ਆਪਾਂ ਨੇ ਫਿਜ਼ਿਕਸ ਦੇ ਅੰਦਰ ਬੋਇੰਸੀ ਪੜ੍ਹੀ ਹੋਏਗੀ। ਬੋਇੰਸੀ ਚ ਕੀ ਹੁੰਦਾ ਕਿ ਇੱਕ ਬੋਡੀ ਡੈਂਸਿਟੀ ਮੇਨਟੇਨ ਹੁੰਦੀ ਹੈ, ਜਿਹਦੇ ਨਾਲ ਬੋਡੀ ਡਿਪੈਂਡ ਕਰਦਾ ਕਿ ਕਿੰਨੀ ਵੋਲਿਊਮ ਪਾਣੀ ਦੇ ਅੰਦਰ ਰਹੇਗੀ, ਜਿਹਦੇ ਨਾਲ ਬੋਡੀ ਫਲੋਟ ਰਹੇਗੀ। ਮਤਲਬ ਰੋ ਵੀ ਡੀ ਪੜ੍ਹਦੇ ਸੀ ਨਾ, ਰੋ ਤੇ ਕਾਂਸਟੈਂਟ ਹੈ, ਡੀ ਇਜ਼ ਡੈਂਸਿਟੀ ਤੇ ਵੀ ਵੋਲਿਊਮ ਹੈ। ਤਾਂ ਡੈਂਸਿਟੀ ਤੇ ਵੋਲਿਊਮ ਦੇ ਬੇਸਿਸ ਤੇ ਫੋਰਸ, ਬੋਇੰਟ ਫੋਰਸ ਤੋਂ ਬਾਹਰ ਨਾਰਮਲ ਫੋਰਸ ਵਗੈਰਾ ਨੂੰ ਬੈਲੈਂਸ ਕਰਕੇ। ਤਾਂ ਫਿਰ ਐਂ ਉਹਦੇ ਕੀ ਹੋਏਗਾ, ਹੁਣ ਜਿਵੇਂ ਅਗਰ ਏਅਰ ਬਲੈਡਰ ਪ੍ਰੈਜ਼ੈਂਟ ਹੈ, ਮਤਲਬ ਉਹਦੀ ਵੋਲਿਊਮ ਇਨਕਰੀਜ਼ ਹੋ ਰਹੀ ਹੈ ਤੇ ਉਹਦੀ ਓਵਰऑल ਡੈਂਸਿਟੀ ਜਾਂ ਫਿਰ ਡੈਂਸਿਟੀ ਘੱਟ ਹੋ ਰਹੀ ਹੈ, ਤਾਂ ਉਸ ਕਰਕੇ ਅਗਰ ਸਪੋਜ਼ ਕੋਈ ਚੀਜ਼ ਹमें ਰੁਕ ਵੀ ਜਾਏ ਤਾਂ अपने फोर्सेस ਦੇ ਬੈਲੈਂਸ ਨਾਲ ਇਸ ਕਿਸੇ ਇੱਕ ਡੈਪਥ ਤੇ ਵਾਟਰ ਦੀ ਡੈਂਸਿਟੀ ਕੀ ਹੈ ਤੇ ਆਬਜੈਕਟਸ ਦੀ ਡੈਂਸਿਟੀ ਹੈ, ਐਨੀਮਲ ਦੀ ਡੈਂਸਿਟੀ ਕੀ ਹੈ, ਉਹ ਸਾਰੀ ਫੋਰਸਸ ਬੈਲੈਂਸ ਆਊਟ ਹੋ ਕੇ ਉਹ ਐਟ ਸਟਿਲ ਰੈਸਟ ਤੇ ਰਹਿ ਸਕਦੀ ਹੈ। ਬਟ ਸਿੰਸ ਇਹਨਾਂ ਕੋਲ 에ਅਰ ਬਲੈਡਰ ਨਹੀਂ ਹੁੰਦਾ ਤੇ ਇਹਨਾਂ ਨੂੰ ਕੰਟੀਨਿਊਸਲੀ ਸਵਿਮ ਕਰਨਾ ਪੈਂਦਾ। Due to absence of air bladder, they have to swim constantly to avoid sinking। ਹੁਣ ਜਿਹੜਾ ਹਾਰਟ ਹੈ, ਹਾਰਟ ਇਜ਼ ਟੂ ਚੈਂਬਰਡ, ਇੱਕ ਔਰੀਕਲ ਹੋਏਗਾ ਤੇ ਇੱਕ ਵੈਂਟ੍ਰਿਕਲ ਹੋਏਗਾ। ਕੁਝ ਇਲੈਕਟ੍ਰਿਕ ਆਰਗਨਸ ਹੁੰਦੇ ਨੇ, ਜਿਵੇਂ ਕਿ ਟੋਰਪੀਡੋ ਜਾਂ ਟੋਰਪੀਡੋ, ਇਹਦੇ ਕੋਲ ਇਲੈਕਟ੍ਰਿਕ ਆਰਗਨਸ ਹੁੰਦੇ ਨੇ। ਫਿਰ ਕੁਝ ਪੋਇਜ਼ਨ ਸਟਿੰਗਸ ਹੁੰਦੇ ਨੇ, ਉਹ ਹੁੰਦੇ ਟ੍ਰਾਇਗਨ ਕੋਲ ਨੇ ਕੁਝ, ਤੇ ਕੋਲਡ ਬਲੱਡਡ ਐਨੀਮਲਸ ਹੁੰਦੇ ਨੇ, ਕੋਈ ਕਿਲੋਥਰਮਸ ਐਨੀਮਲਸ। दैट इज ਇਹਦਾ ਮਤਲਬ ਕਿ ਆਪਣੇ ਬੋਡੀ ਟੈਂਪਰੇਚਰ ਨੂੰ ਰੈਗੂਲੇਟ ਨਹੀਂ ਕਰ ਸਕਦੇ ਆ। ਤਾਂ ਇਹਦਾ ਇਹ ਵੀ ਮਤਲਬ ਹੈ ਕਿ ਇਹਨਾਂ ਜਿਹੜਾ ਬੋਡੀ ਟੈਂਪਰੇਚਰ ਹੈ ਉਹ ਐਕਸਟਰਨਲ এনवायरमेंट ਦੇ ਨਾਲ ਸੇਮ ਰਹੇਗਾ। ਜੋ ਐਕਸਟਰਨਲ এনवायरमेंट ਦਾ ਟੈਂਪਰੇਚਰ ਹੋਏਗਾ ਉਹੀ ਇਹਨਾਂ ਦਾ ਟੈਂਪਰੇਚਰ ਹੋਏਗਾ। ਹੁਣ ਆਏਗਾ ਸੈਕਸਿਸ ਆਰ ਸੈਪਰੇਟ, ਠੀਕ ਹੈ। ਹੁਣ ਜਿਹੜਾ ਮੇਲ ਦੇ ਅੰਦਰ ਪੈਲਵਿਕ ਫਿਨਸ ਹੈ, ਉਹਨਾਂ ਕੋਲ ਕਲੈਸਪਰਸ ਹੁੰਦੇ ਨੇ। ਮੇਲ ਕੋਲ ਪੈਲਵਿਕ ਫਿਨਸ ਤੇ ਕਲੈਸਪਰ ਹੁੰਦੇ ਨੇ, ਜਿਹੜਾ ਇੰਟਰਨਲ ਫਰਟੀਲਾਈਜੇਸ਼ਨ ਚ ਹੈਲਪ ਕਰਦੇ ਇਹਨਾਂ ਨੂੰ, ਤੇ ਵਿਵੀਪੈਰਸ ਵੀ ਹੁੰਦੇ ਨੇ ਇਹਨਾਂ ਚ ਕਾਫੀ, ਠੀਕ ਹੈ। ਹੁਣ ਕੁਝ ਐਗਜ਼ਾਮਪਲਸ ਹੈ, ਜਿਵੇਂ ਸਕੋਲੀਓਡੋਨ ਡੌਗਫਿਸ਼, ਪ੍ਰੈਸਟਿਸ ਸੌਫਿਸ਼, ਕਾਰਕੈਰੋਡੋਨ ਗ੍ਰੇਟ ਵਾਈਟ ਸ਼ਾਰਕ ਤੇ ਡਰੈਗਨ ਵਿਚ ਇਜ਼ ਸਟਿੰਗਰੇ। ਤੇ ਉੱਪਰ ਇੱਕ ਐਗਜ਼ਾਮਪਲ ਹੈ ਟੋਰਪੀਡੋ। ਹੁਣ ਉਹੀ ਜਿਵੇਂ ਇੱਕ ਵਾਰ ਪਹਿਲਾਂ ਤੁਹਾਨੂੰ ਲਾਸਟ ਸੈਸ਼ਨ ਚ ਦੱਸਿਆ ਸੀਗਾ, ਲਾਸਟ ਲੈਕਚਰ ਦੇ ਅੰਦਰ, ਕਿ ਕਾਫੀ ਵਾਰ ਹमें ਕੁਐਸਚਨ ਆਉਂਦੇ ਨੇ ਕਿ ਵਿਚ ਆਫ ਦ ਫੋਲੋਇੰਗ ਆਰ ਟਰੂ ਫਿਸ਼ ਜਾਂ ਫਿਰ ਵਿਚ ਆਫ ਦ ਫੋਲੋਇੰਗ ਆਰ ਨਾਟ ਟਰੂ ਫਿਸ਼, ਐਵੇਂ ਕਰਕੇ। ਤੇ ਇਹਨਾਂ ਨੇ ਕੁਝ ਵਰਡਸ ਪਾ ਦਿੰਦੇ, ਜਿਵੇਂ ਸਿਲਵਰ ਫਿਸ਼ ਇਜ਼ ਆਰਥ੍ਰੋਪੋਡਸ। ਐਕਸੀਲੈਂਟ ਟ੍ਰੇਟਸ ਦੇ ਅੰਦਰ ਵੀ ਡੇਵਲ ਫਿਸ਼ ਵਗੈरह है, वो एक्चुअली सारे ट्रू फिश नहीं है। ਉਸ ਤੋਂ ਬਾਅਦ ਆ ਚੁੱਕੇ ਕਿ ਇੱਕ ਕੁਐਸਚਨ ਆਇਆ ਸੀਗਾ ਪਹਿਲਾਂ ਐਨਟੀ ਦੇ ਅੰਦਰ, ਜਿਸ ਪੁੱਛਿਆ ਗਿਆ ਸੀ ਕਿ ਐਂਪੂਲਾ ਆਫ ਲੋਰੈਂਜ਼ਨੀ ਕੀ ਹੈ। ਤਾਂ ਐਂਪੂਲਾ ਆਫ ਲੋਰੈਂਜ਼ਨੀ ਥਰਮੋ ਰਿਸੈਪਟਰ ਹੈ, ਜਿਹੜੇ ਸ਼ਾਰਕ ਦੇ ਸਨਾਊਟ ਦੇ ਅੰਦਰ ਹੁੰਦੇ। ਤੇ ਕੀ ਵੀ ਪੁੱਛਿਆ ਗਿਆ ਸੀ ਵੈਬਰੀਅਨ ਜ਼ੋਸਿਕਲ ਕੀ ਹੈ, ਇਕੁਇਲਿਬ੍ਰੀਅਮ ਮੇਨਟੇਨ ਕਰਨ ਲਈ ਹੁੰਦੇ ਨੇ, ਬੈਲੈਂਸਿੰਗ ਲਈ, ਤੇ ਐਸ ਬੈਰੋਮੀਟਰ ਵੀ ਫੰਕਸ਼ਨ ਕਰਦੇ ਨੇ, ਸਾਊਂਡ ਪ੍ਰੋਡਕਸ਼ਨ ਲਈ। ਬੜੇ ਲਿਖ ਦਿੰਦੀ ਆ। ਇੱਕ ਤਾਂ ਪੁੱਛਿਆ ਸੀ ਐਂਪੂਲਾ ਆਫ ਲੋਰੈਂਜ਼ਨੀ, this is thermoreceptor। sharks snout ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਫਿਰ ਉਸ ਤੋਂ ਬਾਅਦ ਆਉਂਦੇ ਵੈਬਰੀਅਨ ਜ਼ੋਸਿਕਲਸ। ਇਹਨਾਂ ਦਾ ਫੰਕਸ਼ਨ ਹੁੰਦਾ ਇਕੁਇਲਿਬ੍ਰੀਅਮ ਜਾਂ ਬੈਲੈਂਸਿੰਗ, ਜਾਂ ਫਿਰ ਬੋਲ ਸਕਦੇ ਬੈਰੋਮੀਟਰ ਵੀ ਇਹਨਾਂ ਦਾ ਫੰਕਸ਼ਨ ਹੈ, बैरोमेट्रिक।
ਤੇ ਸਾਊਂਡ ਪ੍ਰੋਡਕਸ਼ਨ। ਹੁਣ ਉਸ ਤੋਂ ਇਲਾਵਾ ਹੋਰ ਕੀ ਇੰਪॉर्टेंट पॉइंट्स है अंदर कि जिन्ने भी हमें ऑर्गन्स वगैरह है ये काफी बार क्वेश्चन पूछे जा चुके ने। इन्हां दा फर्टिलाइजेशन दा टाइप भी पूछा जा चुका कि इंटरनल हुंदा ते उसके बाद नोटोकॉट परसिस्टेंट थ्रू लाइफ है ये भी पूछा जा सकता है। काफी बार एमए में क्वेश्चन आते हैं कि डिफरेंस बिटवीन कॉन्ड्रिक्थिस ते ऑस्टिक्थिस की है ते उन्होंने हमें क्लासिफाई या बैच वगैरह करने लिए आ जाता है एमसीक्यू के अंदर। जो पॉइजन स्टिंग्स है ट्राइगन के अंदर वो क्या होंगे इट इज मॉडिफाइड डॉर्सल फिन। जो इलेक्ट्रिक ऑर्गन्स है टॉर्पेडो के अंदर इट इज मॉडिफाइड मसल ऑन डॉर्सल साइड। मैं लिख देंगे आपको दिस इज मॉडिफाइड डॉर्सल फिन ते ये मॉडिफाइड dorsal muscle on dorsal side, dorsal muscle नहीं है as such। उन्होंने दो फोटोग्राफ्स है डायग्राम्स है ये है बोनीफिशस या हिप्पोकैम्पस ते कटला ते ऊपर जो दो डायग्राम्स है वो है कार्टिलेजिनस फिशेस कोइलियोडॉन ते प्रिस्टस। उन्होंने आपको ऑस्टिक्थीस दा कहना है कि इन्हां कोल बहुत फ्रेश वाटर ते मरीन दोनों हुंदे ने बट ओरे कॉन्ड्रिक्थिस की वजह से सिर्फ मरीन है ते इन्हां कोल बोनी एंडोस्केलेटन है। बॉडी स्ट्रीमलाइन्ड, माउथ इज मोस्टली टर्मिनल, कॉन्ड्रिक्थिस वेंट्रल सिगा। इन्हां कोल 4 pairs of gills हुंदे ने which are covered by operculum on each side। ठीक है, उसके बाद है कि skin is covered by cycloid या ctenoid scales। उथे operculum absent सिगा और प्रेजेंट है दोनों साइड्स पे तो रे cycloid या फिर ctenoid scale ते कॉन्ड्रिक्थिस के अंदर placoid scales सिगे। उन एयर ब्लैडर भी प्रेजेंट है और एयर ब्लैडर इज प्रेजेंट ते इन्होंने अंदर बुओयेंसी रेगुलेट हो जाती है थ्रू। हार्ट इज स्क्रू चैम्बर्ड, एक कॉरिकल है ते एक वेंट्रिकल है ते भी कोल्ड ब्लडेड एनिमल्स ने। सेक्स इज सेपरेट ने, फर्टिलाइजेशन इज यूजुअली एक्सटर्नल। कॉन्ड्रिक्थिस दे कोल क्लास्पर सिगे मेल्स कोल तो उथे फर्टिलाइजेशन इंटरनल सिगी पूरे फर्टिलाइजेशन की है एक्सटर्नल ते ओवी पारे से मतलब एग लेइंग डेवलपमेंट डायरेक्ट है। ਹੁਣ ਕੁਝ ਇਹਨਾਂ ਦੇ ਹੈਬਿਟੈਟ ਦੇ ਬੇਸਿਸ ਤੇ ਕੁਝ ਐਗਜ਼ਾਮਪਲਸ ਹੈ। ਸਭ ਤੋਂ ਪਹਿਲਾਂ ਮਰੀਨ ਹੈਬਿਟੈਟ ਦੀਆਂ। ਮਰੀਨ ਦੇ ਅੰਦਰ ਹੈ ਐਗਜ਼ੋਸੀਟਸ ਜਿਹਨੂੰ ਬੋਲਦੇ ਫਲਾਈਂਗ ਫਿਸ਼, ਫਿਰ ਹਿਪੋਕੈਂਪਸ ਵਿਚ ਇਜ਼ ਸੀ ਹਾਰਸ, ਫਿਰ ਉਸ ਤੋਂ ਬਾਅਦ ਆ ਜਾਂਦੇ ਫਰੈਸ਼ ਵਾਟਰ ਦੀ ਐਗਜ਼ਾਮਪਲਸ। ਫਰੈਸ਼ ਵਾਟਰ ਦੇ ਅੰਦਰ ਆਣਗੇ ਲੇਬੀਓ रोहू, फिर कटला, फिर क्लैरियस मगूर। उसके बाद एक्वेरियम के अंदर कुछ एग्जांपल्स आंदियां ने जिन्हां अंदर बेटा फाइटिंग फिश ते टेरोफाइलम एंजल फिश। ये सब नाम याद रखना इंपॉर्टेंट है, एग्जांपल्स काफी बार पूछ लेंगे अंदर। हुण आने आप अगे ਇਹਦੇ ਨਾਲ ਕੁਝ ਪੁਆਇੰਟਸ ਐਡ ਆਨ ਕਰਨ ਲਈ। ਜਿਹੜਾ ਐਗਜ਼ੋਸੀਟਸ ਹੈ ਉਹਦੇ ਅੰਦਰ ਜਿਹੜੇ ਵਿੰਗਸ ਹੈ ਨਾ ਉਹ ਮੋਡੀਫਾਈਡ ਪੈਕਟੋਰਲ ਫਿਨਸ ਹੁੰਦੇ ਨੇ ਤੇ ਜਿਹੜਾ ਹਿਪੋਕੈਂਪਸ ਹੈ ਉਹਦੇ ਨਾਲ ਪੈਰੈਂਟਲ ਕੇਅਰ ਜਿਹੜੀ ਹੁੰਦੀ ਆ ਫਿਰ ਜਿਹੜੀ ਪੈਰੈਂਟਲ ਕੇਅਰ ਹੈ ਉਹ ਮੇਲਸ ਕਰਦੇ ਨੇ ਕਿਉਂਕਿ ਸੀ ਹਾਰਸ ਅੰਦਰ ਮੇਲਸ ਪ੍ਰੈਗਨੈਂਟ ਹੁੰਦੇ ਨੇ ਨਾ ਕਿ ਫੀਮੇਲਸ। ਇੱਕ डिफरेंस है और यहाँ पर एक एक्सोसीटस के अंदर विंग्स आर मॉडिफाइड पेक्टोरल फिन्स। ठीक है, ते हिप्पोकैम्पस के अंदर इतना हमें एक फैक्ट सीखा तो दस्या ना पाने अगे एम्फीबियंस थे। As the name indicates, amphi मतलब dual ते bios मतलब life।
मतलब एम्फीबियंस ਜਿਹੜੇ ਹੈ ਉਹ एक्वेटिक एज वेल एज टेरेस्ट्रियल ਤੇ हैबिटेट्स ਤੇ ਰਹਿ ਸਕਦੇ ਨੇ। ਹੁਣ ਇਹਨਾਂ ਕੋਲ 2 pairs of limbs ਹੈ ਤੇ body is divided into head ਤੇ trunk। easily मतलब अपन ਦੱਸ ਸਕਦੇ हैं head area है क्या trunk है, ये head area है तो बचा हुआ trunk है। ਦੇ 2 pairs of limbs है। ਹੁਣ ਉਸ ਤੋਂ ਬਾਅਦ ਜਿਹੜਾ tail ਹੁੰਦਾ ਉਹ ਕੁਝ ਦੇ ਅੰਦਰ present ਹੁੰਦੀ ਹੈ ਤੇ amphibian skin is moist, ਇਹਨਾਂ ਕੋਲ scales absent ਹੈ। amphibian skin moist ਹੁੰਦੀ ਹੈ, scales absent ਹੁੰਦੇ ਹੈ। eyes have eyelids, eyes have eyelids ਤੇ ਟਿੰਪੈਨਮ ਵੀ present ਹੁੰਦਾ ਹੈ ਈਅਰ ਦੇ ਅੰਦਰ। मतलब ਹੁਣ ਜਿਹੜਾ ਈਅਰ ਹੈ ਉਹਦੇ ਵਿੱਚ ਇੱਕ ਸੈਗਰੀਗੇਸ਼ਨ ਆ ਗਈ ਹੈ कि यहाँ एक्सटर्नल ईयर है ते अंदर वाला मिडल ते इंटरनल ईयर है ते एलिमेंट्री कैनाल है फिर यूरिनरी एंड रिप्रोडक्टिव ट्रैक्ट्स ओपन इनटू अ कॉमन चेंबर कॉल्ड क्लोएका। एलिमेंट्री कैनाल है, टिम्पैनम है बट क्लोएका प्रेजेंट है, सेपरेट ट्रैक्ट्स नहीं है। फिर उसके बाद आते हैं रेस्पिरेशन किਵੇਂ ਹੁੰਦੀ है। रेस्पिरेशन में बहुत अलग अलग ऑर्गन्स है ਜਿਵੇਂ ਕਿ ਗਿਲਸ, ਲੰਗਸ ਤੇ ਥਰੂ ਸਕਿਨ। ਇਸ ਤੋਂ ਇਲਾਵਾ ਆਪਾਂ ਪਹਿਲਾਂ ਕਿਹੜੇ ਫਾਈਲਮ ਚ ਪੜ੍ਹੇ ਸੀ ਆਪਣੇ ਰੈਸਪੀਰੇਟਰੀ ਆਰਗਨਸ ਦੀ ਵੈਰਾਈਟੀ ਆਪਾਂ ਨੇ ਪੜ੍ਹੀ ਸੀ ਆਰਥ੍ਰੋਪੋਡਾ ਦੇ ਅੰਦਰ, ਜਿੱਥੇ ਬੁੱਕ ਗਿਲਸ, ਬੁੱਕ ਲੰਗਸ, ਫਿਰ ਟ੍ਰੇਕੀਅਲ ਸਿਸਟਮਸ ਇਹ ਸਭ ਪ੍ਰੈਜ਼ੈਂਟ ਸੀਗੇ। ਹੁਣ ਜਿਹੜਾ ਹਾਰਟ ਹੈ ਉਹਦੇ 3 ਚੈਂਬਰਡ ਹੈ, 2 ऑरिकल्स and 1 ventricle। ये भी कोल्ड ब्लडेड एनिमल्स है, पोइकिलोथर्म्स है, सेक्सेस सेपरेट है, फर्टिलाइजेशन एक्सटर्नल है, ओविपेरस है, तो डेवलपमेंट इनडायरेक्ट है। डेवलपमेंट इज इनडायरेक्ट। जब अपन पढ़े फ्रॉग ਲਈ ਉਹਦੇ ਲਾਰਵਾ ਹੁੰਦਾ ਟੈਡਪੋਲ ਜਿਹੜਾ ਮੈਟਾਮੋਰਫੋਸਿਸ ਕਰਕੇ ਫਰੌਗ ਬਣਦਾ। ਫਰਟੀਲਾਈਜੇਸ਼ਨ एक्सटर्नल। ऊपर ऑस्टिकथीज ਦੇ ਅੰਦਰ ਕੀ ਸੀਗਾ ਕਿ डेवलपमेंट डायरेक्ट है। ਹੁਣ कुछ एग्जाम्पल्स देखते हो। एग्जाम्पल्स अंदर है सबसे पहला ब्यूफो विच इज टोड, फिर राना विच इज फ्रॉग, हाइला ट्री फ्रॉग, सैलामेंडर सैलामेंडर, इक्थियोफिस लिम्बलेस एम्फीबियन, इक्थियोफिस लिम्बलेस एम्फीबियन। कुछ फिगर्स है रेप्टिलिया दिया। कैबिलियन है पहला, फिर दूसरा क्रोकोडाइल है, फिर चिलोन है, फिर नाजा 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 स्नेक कॉमन स्नेक ਜਿਹੜਾ ਹੁੰਦਾ ਤੇ ਉੱਪਰ ਐम्फीबियन ਲਈ सैलामेंडर ਤੇ ਰਾਨਾ, ਰਾਨਾ इज फ्रॉग। रेप्टिलिया ਦਾ ਦੇਖਦੇ ਆ ਕੀ ਹੈ। रेप्टिलिया ਦੇ ਅੰਦਰ ਜਿਹੜਾ the class name refers to the creeping and crawling mode of locomotion। ਇਹਦਾ लैटिन ਦੇ ਅੰਦਰ ਕੀ मतलब है रेप्टम रेप्री, मतलब टू क्रीप टू क्रॉल। ठीक है। ਹੁਣ ਜਿਹੜੇ ਇਹ ਹੈ ਮੋਸਟਲੀ ਟੈਰੇਸਟਰੀਅਲ ਹੈ ਤੇ ਇਹਨਾਂ ਦੀ ਬੋਡੀ ਡਰਾਈ ਕੌਰਡੀਫਾਈਡ ਸਕਿਨ ਦੇ ਅੰਦਰ ਕਵਰ ਕਰਦੀ ਹੈ। ਡਰਾਈ ਕੌਰਡੀਫਾਈਡ ਸਕਿਨ, ਐਪੀਡਰਮਲ ਸਕੇਲਸ ਜਾਂ ਸਕੂਟਸ। क्रीप या फिर crawling mode of locomotion। ਹੁਣ ਇਹਨਾਂ ਕੋਲ external ear opening absent है, do not have external ear opening। Tympanum represents ear। ਇਹਦਾ मतलब ਕੀ ਹੈ ਕਿ ਜਿਵੇਂ ਆਪਣਾ ਪਿੰਨਾ ਹੈ, ਪਿੰਨਾ ਹੈ एक्सटर्नल ईयर, ਇਹ ਚੀਜ਼ ਨੂੰ ਪਿੰਨਾ ਬੋਲਦੇ ਆ ਤੇ ਅੰਦਰ ਇੱਕ ऑडिटरी कैनाल ਹੁੰਦੀ ਹੈ। ठीक है। ये पिन्ना एब्सेंट ਹੁੰਦਾ ਪੂਰਾ एक्सटर्नल ईयर रेप्टिलिया ਦੇ ਅੰਦਰ। ऑडिटरी कैनाल ਦੇ ਬਾਅਦ एंटर टिम्पैनम ਆਉਂਦਾ ਜਿਹਦੇ ਨਾਲ ਅੱਗੇ ਅੰਦਰ ऑसिकल्स कनेक्टेड ਹੁੰਦੀਆਂ ਨੇ। मतलब ਆ ਪੂਰਾ एक्सटर्नल ईयर ਵਾਲਾ पोर्शन एब्सेंट है। डायरेक्टली टिम्पैनम ਤੋਂ ईयर स्टार्ट ਹੁੰਦਾ, ईयर रिप्रेजेंट ਹੁੰਦਾ। ਹੁਣ ਆਉਂਦੇ ਜਿਹੜੇ ਲਿम्स ਹੈ, लिम्स व्हेन प्रेजेंट मतलब ਸਭ ਦੇ ਅੰਦਰ लिम्स नहीं है ਤਾਂ 2 पेयर ਹੁੰਦੇ ਨੇ। ਤੇ ਜਿਹੜਾ ਹਾਰਟ ਹੈ ਉਹ यूजुअली 3 चैम्बर्ड ही है बट कुछ के अंदर जिਵੇਂ क्रोकोडाइल्स के अंदर 4 चैम्बर्ड हार्ट है। ਹੁਣ ਜਿਹੜਾ रेप्टिलिया है वो है पोइकिलोथर्म्स मतलब कोल्ड ब्लडेड।
ਹੁਣ ਜਿਹੜੇ snakes ਤੇ lizards ਹੈ, they shed their scales as skin cast. ਕਾਫੀ ਲੋਕਾਂ ਨੇ ਦੇਖਿਆ ਹੋਏਗਾ ਜਾਂ ਕਦੇ ਕਦੇ ਜੰਗਲ ਸਫਾਰੀ ਦੇ ਅੰਦਰ ਜਾਂ ਫਿਰ ਨਾਰਮਲੀ ਵੀ ਅਗਰ ਆਸ-ਪਾਸ ਕੋਈ ਸਨੇਕ ਦੇਖਿਆ ਹੋਵੇ ਜਾਂ ਫਿਰ ਲੀਜ਼ਰਡ ਦਾ ਤਾਂ ਐਵੇਂ ਦਿਖ ਜਾਂਦਾ ਹੁੰਦਾ ਕਿ ਉਹਨਾਂ ਨੇ ਐਵੇਂ ਸਕਿਨ ਸ਼ੈਡ ਕੀਤੀ ਹੋਈ ਪਈ ਹੈ ਕਿਤੇ। ਫਿਰ ਉਸ ਤੋਂ ਬਾਅਦ ਆਉਂਦੇ ਸੈਕਸਿਸ ਆਰ ਸੈਪਰੇਟ। ਜਿਹੜੀ ਫਰਟੀਲਾਈजेशन है वो इंटरनल है ਤੇ ओविपारस है मतलब एग लेइंग है ਤੇ डेवलपमेंट डायरेक्ट है। डेवलपमेंट इज डायरेक्ट। ਹੁਣ ਆ ਜਾਂਦੇ ਨੇ ਕੁਝ एग्जांपल्स के अंदर की आएगा। सब तो पहला चिलोन मतलब टर्टल, ये चिलोन है टर्टल। उस तो बाद आएगा टेस्टोडा मतलब टॉर्टोइस, टेस्टोडा मतलब टॉर्टोइस। फिर कैमेलियन मतलब ट्री लिजर्ड, कैमेलियन इज ट्री लिजर्ड। फिर कैलोड्स मतलब गार्डन लिजर्ड। क्रोकोडिलस मतलब क्रोकोडाइल। एलिगेटर एलिगेटर। हेमीडेक्टिलस वॉल लिजर्ड। ये ਜਿਹੜੇ ਆਪਾਂ ਨੂੰ ਕਾਮਨਲੀ ਆਪਣੇ ਘਰਾਂ ਦੇ ਅੰਦਰ ਜਾਂ ਫਿਰ ਬਾਹਰ ਕਿਤੇ ਬਿਲਡਿੰਗ ਦੇ ਦਿਖਦੀ ਹੈ, that is hemidactylus। ਹੁਣ ਕੁਝ poisonous snakes ਆ ਜਾਂਦੇ ਨੇ, ਉਹਨਾਂ ਦੇ ਐਗਜ਼ਾਮਪਲਸ ਦੇਖਦੇ ਹਾਂ। ਸਭ ਤੋਂ ਪਹਿਲਾਂ ਨਾਜਾ ਕੋਬਰਾ, मंगारस या फिर बैंगरस, क्रेट, वाइपरा वाइपर। ਤੇ ਇਸ ਤੋਂ ਬਾਅਦ ਹਾਈਡਰੋਫਿਸ ਕਰਕੇ ਵੀ ਇੱਕ ਸਨੇਕ ਹੈ, ਉਹ ਵੀ ਪੋਇਜ਼ਨਸ ਹੁੰਦਾ ਹੈ, ਉਹ ਵੀ ਹੈ ਪੋਇਜ਼ਨਸ। ਠੀਕ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ ਈਵਸ ਤੇ। ਜਿਹੜੇ ਈਵਸ ਹੈ ਉਹਨਾਂ ਕੋਲ ਕੈਰੈਕਟਰਿਸਟਿਕ ਫੀਚਰ ਹੁੰਦੀ ਹੈ ਪ੍ਰੈਜ਼ੈਂਸ ਆਫ ਫੈਦਰ। की है characteristic feature of eels is presence of feathers, and most of them they can fly except flightless birds। flightless birds मतलब जब है ostrich, most of them can fly। ਹੁਣ ਇਹਨਾਂ ਕੋਲ beak ਹੁੰਦੀ ਹੈ, ਜਿਹਨਾਂ ਜਿਹੜੇ four limbs ਹੁੰਦੇ ਨੇ ਉਹ modified ਹੁੰਦੇ ਨੇ wings ਦੇ form ਚ। ਠੀਕ ਹੈ, ਜਿਹੜੇ hind limbs ਹੁੰਦੇ ਨੇ hind limbs, ਉਹਨਾਂ ਕੋਲ generally have scales and are modified for walking, swimming, clasping their tree branches। ये walking भी हो सकती है, swimming ਜਿਵੇਂ ducks ਹੁੰਦੀਆਂ ਨੇ, clasping the tree branches मतलब ਜਿਵੇਂ ਉੱਡ ਕੇ ਇੱਕਦਮ ਬੈਠਣਾ ਹੋਵੇ ਜਾਂ ਫਿਰ ਜਦੋਂ ਇੱਕ branch ਤੋਂ ਦੂਸਰੀ branch ਤੇ ਜਾਂਦੇ ਨੇ ਉਦੋਂ clasp ਕਰਨੀ ਰਹਿੰਦੀ ਹੈ tree branch ਨੂੰ। ਹੁਣ ਜਿਹੜੀ ਸਕਿਨ ਹੁੰਦੀ ਹੈ ਉਹ ਡਰਾਈ ਹੁੰਦੀ ਹੈ, oil glands absent ਹੁੰਦੇ ਆ at the base of the, except the oil gland at the base of the tail। oil skin dry है, oil glands absent है, but एक oil gland present ਹੁੰਦਾ base of the tail ਤੇ। ਇਹ ਜਿਹੜਾ endoskeleton ਹੈ ਉਹ fully ossified ਹੈ, मतलब completely bones ਦਾ ਬਣਿਆ ਹੋਇਆ। ਬਟ ਇਹਨਾਂ ਜਿਹੜੀ ਲੌਂਗ ਬੋਨਸ ਹੁੰਦੀਆਂ ਨੇ ਹੋਲੋ ਹੁੰਦੀਆਂ ਨੇ, ਇਹਨਾਂ ਦੇ ਅੰਦਰ ਏਅਰ ਕੈਵਿਟੀਜ਼ ਹੁੰਦੀਆਂ ਨੇ, ਉਹਨੂੰ ਨਿਊਮੈਟਿਕ ਬੋਨਸ ਬੋਲਦੇ ਆ। ਇਹ ਕਿਉਂ ਹੁੰਦਾ? ਇਟ ਇਜ਼ ਐਨ ਮੋਡੀਫਿਕੇਸ਼ਨ ਜਾਂ ਅਡੈਪਟੇਸ਼ਨ ਟੂ ਫਲਾਈਂਗ। ਅਗਰ ਉਹਨਾਂ ਦਾ ਬੋਡੀ ਵੇਟ ਬਹੁਤ ਜ਼ਿਆਦਾ ਹੋ ਗਿਆ ਤਾਂ ਉਹ ਉੜ ਨਹੀਂ ਪਾਣਗੇ, ਜ਼ਿਆਦਾ એનર્ਜੀ ਲੱਗੇਗੀ ਉੜਨ ਲਈ ਤੇ ਜ਼ਿਆਦਾ ਹਾਈਟ ਤੇ ਵੀ ਨਹੀਂ ਜਾ ਪਾਣਗੇ। ਤਾਂ ਕਰਕੇ ਜਿਹੜੀ ਉਹਨਾਂ ਦੀ ਲੌਂਗ ਬੋਨਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੋਲੋ ਕੈਵਿਟੀਜ਼ ਹੁੰਦੀਆਂ ਨੇ, ਤਾਂ ਕਰਕੇ ਉਹਨਾਂ ਨੂੰ ਨਿਊਮੈਟਿਕ ਬੋਨਸ ਬੋਲਦੇ ਆ। डाइजेस्टिव ट्रैक्ट, डाइजेस्टिव ट्रैक्ट है और कुछ एडिशनल चेंबर्स है। केड़े केड़े है वो? क्रॉप ते गिजर्ड। जेड़ा हार्ट है कंप्लीटली फोर चेंबर्ड है ते वार्म ब्लडेड एनिमल्स मतलब होम्योथर्मस। They are able to maintain their constant body temperature। होम्योथर्मस है ते दो एडिशनल चैम्बर्स है, क्रॉप ते गिजर्ड। ਹੁਣ ਜਿਹੜੇ रेस्पिरेशन है, रेस्पिरेशन इज बाय लंग्स। ठीक है, ਹੁਣ एयर सैक्स कनेक्टेड ਹੁੰਦੇ ਨੇ लंग्स ਨਾਲ to supplement respiration।
एयर सैक्स ਹੁਣ ਜਿਹੜੇ ਸੈਕਸਸ ਹੈ ਉਹ ਸੈਪਰੇਟ ਹੈ, फर्टिलाइजेशन इंटरनल है, ओविपेरस है, डेवलपमेंट डायरेक्ट है। ठीक है, एयर सैक्स का ਕੀ ਮਤਲਬ ਹੈ? ਇਹ ਕੁਛ ਐਵੇਂ ਹੁੰਦਾ ਕਿ ਜਿਵੇਂ ਹਾਂ ਐਲਵੀਲਾਈ ਹੈ, ਇਹਦੇ ਨਾਲ ਅੰਦਰ ਅੱਗੇ 에ਅਰ ਸੈਕਸ ਅਟੈਚਡ ਹੁੰਦੇ ਨੇ, ਤਾਂ ਮਤਲਬ ਜਦੋਂ 에ਅਰ ਅੰਦਰ ਆਉਂਦੀ ਨਾ ਐਲਵੀਲਾਈ ਦੇ ਅੰਦਰ ਤਾਂ ਜਾਏਗੀ, ਬਟ ਇਹਨਾਂ 에ਅਰ ਸੈਕਸ ਦੇ ਅੰਦਰ ਵੀ ਹਿਲ ਜਾਂਦੀ ਹੈ। ਇਹਨਾਂ ਨੂੰ ਮਤਲਬ ਲੌਂਗਰ ਰੈਸਪੀਰੇਸ਼ਨ ਲਈ ਹੈਲਪ ਕਰਦੇ ਨੇ, ਤਾਂ ਦਿਸ ਇਜ਼ ਆਲਸੋ ਐਨ ਅਡੈਪਟੇਸ਼ਨ ਟੂ ਫਲਾਈਂਗ। ਹੁਣ ਆਉਂਦੇ एग्जाम्पल्स अंदर है क्रोवस क्रो, कोलंबा पिजन, टेस्टिकुलर पैरेट, स्ट्रूथियो ऑस्ट्रिच, पावो पीकॉक, एप्टिनोडाइट्स पेंगुइन, नियोफ्रॉन वल्चर। ਹੁਣ ਜਿਹੜੇ ऑयल ग्लैंड है कुछ एक दो एडिशनल पॉइंट्स ये है, ਜਿਹੜੇ ऑयल ग्लैंड्स है ਉਹ ਸੇਬੇਸ਼ੀਅਸ ਗਲੈਂਡਸ ਹੁੰਦੇ ਨੇ, ਤੇ ऑयल ग्लैंड ਦਾ ਨਾਮ ਹੁੰਦਾ ਪ੍ਰੀਨ ਗਲੈਂਡ ਦਾ ਦਿੰਦੇ, ਜਿਹੜਾ ਬੇਸ ਆਫ ਟੇਲ ਤੇ ਹੈ। ਕੀ ਬੋਲਿਆ ਮੈਂ? ऑयल ग्लैंड ਜਿਹੜਾ ਇਹ ਹੁੰਦਾ, ਇਹ ਵਾਲਾ ऑयल ग्लैंड ਇਹਨੂੰ ਬੋਲਦੇ ਪ੍ਰੀਨ ਗਲੈਂਡ। ਫਿਰ 에ਅਰ ਸੈਕਸ ਵੀ ਕਾਫੀ ਵਾਰ ਪੁੱਛਿਆ ਜਾ ਚੁੱਕਿਆ। ਹੁਣ ਇੱਕ ਦੋ ਹੋਰ ਵੀ ਇਹਨਾਂ ਦੇ ਅੰਦਰ ਮੋਡੀਫਿਕੇਸ਼ਨਸ ਹੁੰਦੀਆਂ ਨੇ, ਜਿਵੇਂ ਕਿ ਸਿੰਗਲ ਓਵਰੀ ਹੁੰਦੀ ਹੈ ਫੀਮੇਲਸ ਦੇ ਅੰਦਰ। ਕਿਹੜੇ ਸਾਈਡ ਦੀ ਹੁੰਦੀ ਹੈ? ਲੈਫਟ ਸਾਈਡ ਦੀ ਇਨ ਫੀਮੇਲਸ। ਇਹ ਵੀ ਮੋਡੀਫਿਕੇਸ਼ਨ ਹੈ। ਫਿਰ ਹੋਰ ਕੀ ਆ ਜਾਂਦੀ ਹੈ ਕਿ ਇਹਨਾਂ ਕੋਲ ਸਿੰਗਲ ਸਿਸਟੈਮਿਕ ਆਰਚ ਹੁੰਦੀ ਹੈ ਰਾਈਟ ਸਾਈਡ। ਇਹ ਦੋਨੋਂ ਜਿਹੜੀ ਹੈ ਉਹ ਮੋਡੀਫਿਕੇਸ਼ਨਸ ਹੈ ਫਲਾਈਂਗ ਲਈ। ਹੁਣ डायग्राम्स देख लीजिए जरा। पहला है नियोफ्रॉन, नियोफ्रॉन की सुनो वल्चर, फिर स्ट्रूथियस ऑस्ट्रिच, फिर टेस्टिकुलर पैरेट, पैगोइस पीकॉक। अपने को लास्ट क्लास आ जाएंगी जितना नाम मैमेलिया है। उन मैमेलिया की बहुत ही वैरायटी ऑफ हैबिटेट्स मिलते हैं, फाउंड इन वैरायटी ऑफ हैबिटेट्स, जिਵੇਂ कि पोलर आइस कैप, डेजर्ट्स, माउंटेन्स, फॉरेस्ट, ग्रासलैंड, डार्क केव। ठीक है, some of them have adapted to fly or live in water, कुछ ने adapted to fly या फिर कुछ रहते हैं पानी के अंदर। ਹੁਣ ਜਿਹੜਾ मोस्ट यूनिक mammalian character है is presence of milk producing glands, mammary glands। The most unique characteristic of mammalian characteristic is presence of milk producing glands, mammalian glands। ਨਾਲ ਕੀ ਹੁੰਦੇ? young ones are nourished। ਇਹਨਾਂ ਕੋਲ ਵੀ 2 pairs of limbs है, adapted for walking, running, climbing, burrowing, swimming, flying। की हो गया? वॉकिंग, रनिंग, क्लाइंबिंग, बरोइंग, स्विमिंग, फ्लाइंग। ਇਹਨਾਂ ਜਿਹੜੀ ਸਕਿਨ ਹੈ, ਸਕਿਨ ਦੇ ਅੰਦਰ ਯੂਨੀਕ ਪੋਜੀਸ਼ਨ ਆਫ 에ਅਰ ਹੁੰਦਾ, ਤੇ ਐਕਸਟਰਨਲ ਈਅਰ ਜਾਂ ਫਿਰ ਪਿੰਨਾ ਪ੍ਰੈਜ਼ੈਂਟ ਹੈ। डिफरेंट टाइप्स ऑफ टीथ है जॉ के अंदर। फिर ਜਿਹੜਾ हार्ट है वो भी 4 चैम्बर्ड है। होम्योथर्मस एनिमल्स है ये, मतलब बॉडी टेम्परेचर मेंटेन कर सकते हैं। रेस्पिरेशन बाय लंग्स होती है। जस्ट बाद जो सेक्सेस है वो सेपरेट है। फर्टिलाइजेशन इंटरनल है, तो विविपारस में एनिमल्स। उसके बाद विद फ्यू एक्सेप्शनल एंड डेवलपमेंट इज डायरेक्ट। विविपारस में कुछ एक्सेप्शंस होंगे ने, कुछ एग लेइंग मैमल्स होंगे ने, ते उस तो बाद जिवें कैंगरू है, कैंगरू एग लेइंग तो नहीं है बट प्रीमैच्योरली बेबीज ਨੂੰ ਡਿਲੀਵਰ ਕਰਦੇ ਨੇ ਤੇ ਆਪਣੇ ਪਾਊਚ ਦੇ ਅੰਦਰ ਉਹਨਾਂ ਨੂੰ ਫਿਰ ਅੱਗੇ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਦੀ। ਹੁਣ ਉਹਦੇ ਆਪਣੇ ਕੋਲ ਹੈਗੇ ਆ ਕਿ ਐਗ ਲੇਇੰਗ ਮੈਮਲਸ ਕਿਹੜੇ ਨੇ, ਜਿਵੇਂ ਕਿ ornithorhynchus,
platypus, ਹੁਣ viviparous ਦੇ ਅੰਦਰ ਆ ਜਾਣਗੇ macropus kangaroo, pteropus flying fox, camelus camel, macaca monkey, ratus rat, canis dog, felis cat, elephas elephant, equus horse. But seahorse is not mammal. Seahorse की है एक pisces है. Delphinus common dolphin, dolphin ਲਈ ਵੀ ਧਿਆਨ ਰੱਖਣਾ ਤੇ Balanopterus blue whale ਲਈ ਵੀ ਕਿ ਇਹ pisces ਦੇ ਅੰਦਰ ਨਹੀਂ ਆਉਂਦੇ ਆ, ਨਾ ਹੀ chondrichthyes ਨਾ ਹੀ osteichthyes, ਇਹ ਹੈ mammals. ਕਿਹੜੇ ਕਿਹੜੇ? हॉर्स तो क्योंकि नाम नाल कंफ्यूजन है ता बोले बस, बट कॉमन डॉल्फिन ते ब्लू व्हेल का ध्यान रखना. उसके बाद आ गया पैंथरा टिग्रिस टाइगर, पैंथरा लियो लायन. ऊपर डायग्राम देख लियो जरा. डायग्राम के अंदर की है? सबसे पहला ऑर्निथोरैंकस है प्लैटिपस, फिर मैक्रोपस कैंगरू, Pteropus bat, Balanoptera is blue whale. एक टेबल है, एक टेबल डिस्कस कर दिया. इनमें हम तक सारी कैरेक्टरिस्टिक्स को दसिया गया, समराइज किया गया. सबसे पहला आ गया फाइलम ऑरिफेरा. तेरे कैरेक्टरिस्टिक्स केड़ी ने? लेवल ऑफ ऑर्गेनाइजेशन, मतलब टिश्यू है, सेलर है, ऑर्गन सिस्टम है, ये सब. फिर उसके बाद आ गया सिमेट्री, रेडियल या फिर एसिमेट्रिकल या फिर बायलेटरल. फिर सीलम है, मतलब बॉडी कैविटी लाइन बाय मेसोडर्म. फिर सेगमेंटेशन की सीरियल रेपिटेशन ऑफ ऑर्गन्स वगैरह प्रेजेंट है या नहीं. उसके बाद डाइजेस्टिव सिस्टम है, फिर सर्कुलेटरी सिस्टम, फिर रेस्पिरेटरी, फिर कुछ डिस्टिंक्ट फीचर्स की ने. हुन सब नु ਆਪਾਂ ਇੱਕ ਵਾਰ पढ़ के समराइज कर दिया कि की है. सबसे पहला आएगा पॉरीफेरा. पॉरीफेरा के अंदर लेवल ऑफ ऑर्गेनाइजेशन होना सेलुलर. सिमेट्री वेरियस का नहीं लिखना चाहिए, ठीक है, बट मोस्टली होंगे एसिमेट्रिकल ते कुछ लोअर स्पॉन्जिस्ट होंगी है रेडियल. ठीक है. हुन सीलम एब्सेंट है, ठीक है. सेगमेंटेशन भी एब्सेंट होंगी, डाइजेस्टिव सिस्टम एब्सेंट है, सर्कुलेटरी एब्सेंट, रेस्पिरेटरी एब्सेंट, डिस्टिंक्टिव के अंदर की है. बॉडी के अंदर पोल्स है, कैनाल्स है ते वॉल्स है. कैनाल्स मतलब वॉल के अंदर. हुन जो टिश्यू सिस्टम है वो अपने को मिलते हैं सिलेंट्रेटा ते टिनोफोरा के अंदर. ते उस तो बाद अपन नु मिलता ऑर्गन एंड ऑर्गन सिस्टम प्लैटीहेल्मिन्थ्स के अंदर. ते इसके हेल्मिन्थ्स के अंदर अपन फिर उस तो बाद सब उस तो बाद अपन हर जगह मिलता ऑर्गन लेवल ऑफ ऑर्गन सिस्टम लेवल ऑफ ऑर्गेनाइजेशन ही है. हुन जेडे हुन सिस्टम्स है और डाइजेस्टिव, सर्कुलेटरी, रेस्पिरेटरी, ये है ऑर्गन सिस्टम्स. ते ना एक किदे अंदर मिलणगे जो तो ऑर्गन सिस्टम लेवल ऑफ ऑर्गेनाइजेशन स्टार्ट होगी. उस तो पहला ये एब्सेंट रहणगे, इनकम्प्लीट रहणगे. तो जब सिलेंड्रेटा ते टिनोफोरा हो गया, ओदे अंदर की है डाइजेस्टिव सिस्टम है इनकम्प्लीट, ते सर्कुलेटरी, रेस्पिरेटरी ते एब्सेंट है. इनकम्प्लीट क्या बोला गया और क्योंकि सिंगल ओपनिंग है, सिंगल ओपनिंग है अंदर. बाकी देखिए लेवल ऑफ ऑर्गेनाइजेशन टिश्यू सिमेट्री रेडियल है, सीलम एब्सेंट है क्योंकि डिप्लोब्लास्टिक्स है. ये भी डिप्लोब्लास्टिक है, तो ये भी डिप्लोब्लास्टिक है. सेगमेंटेशन एब्सेंट है. तो उसके बाद स्पेशल फीचर के अंदर आएगा नीनोब्लास्ट्स प्रेजेंट. तो अंदर आएगा कोम प्लेट्स फॉर लोकोमोशन. तो आप अंदर एक और ऐड कर सकते हो बायोलुमिनेसेंस, ठीक है. फिर अंदर प्लैटीहेल्मिन्थ्स, ऑर्गन एंड ऑर्गन सिस्टम लेवल ऑफ ऑर्गेनाइजेशन सिमेट्री बायलेटरल है, सीलम एब्सेंट है क्योंकि ये सीलोमेट्स होंगे हैं. ये ट्रिप्लोब्लास्टिक है, बट ये भी जड़ी बॉडी कैविटी होंगी है एब्सेंट होंगी है, बिल्कुल बॉडी कैविटी नहीं है.
ट्रिप्लोब्लास्टिक हो रहे तो स्टार्ट हो गया, प्लैटिहेल्मिन्थ तो बाद के सारे ट्रिप्लोब्लास्टिक है। सेगमेंटेशन एब्सेंट है, डाइजेस्टिव सिस्टम इनकम्प्लीट है, सिंगल ओपनिंग है ਇਹਦੇ ਅੰਦਰ ਵੀ ਤੇ ਸਰਕੂਲੇਟਰੀ ਐਬਸੈਂਟ, ਰੈਸਪੀਰੇਟਰੀ ਐਬਸੈਂਟ, ਫਲੈਟ ਬੋਡੀ ਹੁੰਦੀ ਹੈ, ਸਕਰਸ ਹੁੰਦੇ ਨੇ ਤੇ ਹਿਊਮਨਸ ਦੇ ਵੀ ਹੈਲਮਿਨਥਿਕ ਹੁੰਦੇ ਨੇ। ਫਿਰ ਆ ਜਾਂਦੇ ਨੇ ਐਸਕੇ ਹੈਲਮਿਨਸ। एसके हेल्मिन्स के अंदर ऑर्गन सिस्टम लेवल ऑफ ऑर्गेनाइजेशन है, सिमेट्री बायलेटरल है, सूडोसीलोमेट्स है, सेगमेंटेशन एब्सेंट है। फिर उसके बाद डाइजेस्टिव सिस्टम कंप्लीट है, सर्कुलेटरी सिस्टम एब्सेंट है, हजे बनया नहीं है, ਤੇ ਰੈਸਪੀਰੇਟਰੀ ਵੀ ਐਬਸੈਂਟ ਹੈ। ਇਹ ਵੀ ਵਰਮਸ ਹੁੰਦੇ ਨੇ ਮੋਸਟਲੀ ਤੇ ਰਾਉਂਡ ਸ਼ੇਪਡ ਹੁੰਦੇ ਨੇ ਤੇ elongated ਹੁੰਦੇ ਨੇ। ਹੁਣ ਆ ਗਿਆ ਐਨਲਿਡਾ। ਐਨਲਿਡਾ ਦੇ ਅੰਦਰ ਕੀ ਹੈ, ऑर्गन सिस्टम लेवल ऑफ ऑर्गेनाइजेशन, सिमेट्री बायलेटरल है, सीलोमेट प्रेजेंट है। और सूडोसीलोमेट्स ਦਾ ਮਤਲਬ ਕੀ ਹੈ ਕਿ ਜਿਹੜਾ ਮੇਜ਼ੋਡਰਮ ਸੀਗਾ ਉਹ ਮੇਜ਼ੋਡਰਮ ਪਾਊਚਸ ਦੇ ਫਾਰਮ ਚ ਪ੍ਰੈਜ਼ੈਂਟ ਸੀਗਾ, ठीक है, तो हो गया सूडोसीलोमेट। उन्होंने की है प्रॉपर कैविटी प्रेजेंट है, बॉडी कैविटी, जेडी बॉडी कैविटी है मेसोडर्म वाल लाइंड है। फिर उसके बाद अंदर सेगमेंटेशन प्रेजेंट है, सबसे पहले आंदी है एनालिडा के अंदर सेगमेंटेशन, मेटाबॉलिज्म इज प्रेजेंट, डाइजेस्टिव सिस्टम कंप्लीट हो रहे, सर्कुलेटरी भी प्रेजेंट है, ते रेस्पिरेटरी है जो एब्सेंट है। बॉडी सेगमेंटेशन ਹੁੰਦੀ ਹੈ रिंग लाइक। ਹੁਣ ਸਭ ਤੋਂ ਪਹਿਲਾਂ ਕੰਪਲੀਟ ਡਾਈਜੈਸਟਿਵ ਸਿਸਟਮ ਲਿਸਟ ਆਇਆ ਐਸਕੇ ਹੈਲਮਿਨਥ ਤੇ ਸਭ ਤੋਂ ਪਹਿਲਾਂ ਫਿੰਗਰ ਕਰਨੇ ਕੰਪਲੀਟ ਤੇ ਸਭ ਤੋਂ ਪਹਿਲਾਂ ਸਰਕੂਲੇਟਰੀ ਸਿਸਟਮ ਆਇਆ ਐਨਲਿਡਾ ਦੇ ਅੰਦਰ ਤੇ ਸੀਲੋਮੇਟ ਤੇ ਸਭ ਤੋਂ ਪਹਿਲਾਂ ਹੈ ਐਨਲਿਡਾ ਚ, ਬਾਇਲੇਟਰਲ ਆਂਦੀ ਹੈ ਪਲੈਟੀहेल्मिन्थ ਦੇ ਅੰਦਰ ਤੇ ऑर्गन सिस्टम ਆਂਦੇ ਐਸਕੇ ਹੈਲਮਿਨਥ ਦੇ ਅੰਦਰ। ਇਹ ਤਾਂ ਹਾਈਲਾਈਟ ਕੀਤੇ ਇਹਨਾਂ ਨੂੰ ਯਾਦ ਕਰਨਾ ਥੋੜਾ ਆਸਾਨ ਹੋ ਜਾਂਦਾ, ठीक है। ਹੁਣ ਆਏਗਾ आर्थ्रोपोडा, उन्होंने में भी ऑर्गन सिस्टम है, सिमेट्री बायलेटरल है, सीलोमेट्स है, फिर सेगमेंटेशन भी प्रेजेंट है, डाइजेस्टिव सिस्टम कंप्लीट है, फिर सर्कुलेटरी सिस्टम भी प्रेजेंट है, ते रेस्पिरेटरी सिस्टम भी प्रेजेंट है। तो कितने है सबसे पहले रेस्पिरेटरी सिस्टम आर्थ्रोपोडा के अंदर। आर्थ्रोपोडा स्पेसिफिक की है कि इनका कोल एक्सोस्केलेटन है, क्यूटिकल्स है ते जॉइंटेड अपेंडेजेस है। फिर आगे मोलस्का, ऑर्गन सिस्टम बायलेटरल, सीलोमेट्स, उन्होंने सेगमेंटेशन एब्सेंट है, सेगमेंटेशन इज एब्सेंट। सबसे पहले सेगमेंटेशन के तो ऐसे एनालिडा के अंदर आ गया। उसके बाद कंप्लीट है डाइजेस्टिव सिस्टम, सर्कुलेटरी प्रेजेंट है, तो रेस्पिरेटरी भी प्रेजेंट है। फिर आएगा एक्सटर्नल स्केलेटन का शैल ਹੁੰਦਾ ਤੇ यूजुअली प्रेजेंट ਹੁੰਦਾ। ਆਪਾਂ ਨੇ ਉਹ ਵੀ ਪੜਿਆ ਸੀ ਕਿ ਇਹਨਾਂ ਕੋਲ ਇੱਕ ਵਿਸਟਰਲ ਹੰਪ ਹੁੰਦਾ ਹੈ ਤੇ ਮੈਂਟਲ ਕੈਵਿਟੀ ਹੁੰਦੀ ਹੈ, ਉਹ ਸਭ ਵੀ प्रेजेंट है। एकाइनोडर्मेटा आ गया। एकाइनोडर्मेटा भी ऑर्गन सिस्टम है, रेडियल ਹੁੰਦਾ बट लार्वा मतलब लार्वा के अंदर बायलेटरल है, एडल्ट के अंदर रेडियल है। ज्ञान में सीलोमेट्स है ते बॉडी मतलब मेटाबॉलिज्म में फिर सेगमेंटेशन एब्सेंट है, डाइजेस्टिव सिस्टम कंप्लीट है, ते सर्कुलेटरी प्रेजेंट है, रेस्पिरेटरी प्रेजेंट है। ਜਿਹੜਾ ਵਾਟਰ ਵੈਸਕੂਲਰ ਸਿਸਟਮ ਹੈ ਜਾਂ ਫਿਰ ਰੇਡੀਅਲ ਸਿਮੈਟਰੀ ਹੈ ਉਹ प्रेजेंट है। फिर उसके बाद आ जाएगा अपने अगला हेमिकॉर्डेटा। हेमिकॉर्डेटा में भी ऑर्गन सिस्टम में बायलेटरल है, सीलोमेट है, एब्सेंट होती है मेटाबॉलिज्म, कंप्लीट डाइजेस्टिव ट्रैक्ट है। उसके बाद सर्कुलेटरी थे डाइजेस्टिव सर्कुलेटरी थे रेस्पिरेटरी प्रेजेंट है। ने वार्म लाइक ਹੁੰਦੇ ਨੇ ਤੇ ਇਹਨਾਂ ਕੋਲ प्रोबेसिस कॉलर ਤੇ ट्रंक प्रेजेंट है। ਹੁਣ ਆ ਗਿਆ कॉर्डेटा, ऑर्गन सिस्टम है, बायलेटरल है, सीलोमेट्स है, ਇਹਨਾਂ ਕੋਲ प्रेजेंट ਹੁੰਦੀ है सिमेट्री,
फिर उसके बाद आगे डाइजेस्टिव सिस्टम कंप्लीट है, रेस्पिरेटरी प्रेजेंट है, ਤੇ ਮਤਲਬ ਸਰਕੂਲੇਸ਼ਨ ਪ੍ਰੈਜ਼ੈਂਟ ਹੈ, ਰੈਸਪੀਰੇਸ਼ਨ ਪ੍ਰੈਜ਼ੈਂਟ ਹੈ। ਇਹਨਾਂ ਕੋਲ ਨੋਟੋਕॉर्ड ਹੁੰਦੀ ਹੈ, ਡੋਰਸਲ ਹਾਲਨ ਨਰਵ ਕॉर्ड ਹੁੰਦੀ ਹੈ, ਗਿਲ ਸਲਿਟਸ ਹੈ, ਤੇ ਉਸ ਤੋਂ ਬਾਅਦ ਹੈ ਵਿਦ ਲਿੰਬਸ ਔਰ ਫਿਨਸ। ਇਹਨਾਂ ਆਪਣਾ ਹਾਂ ਕੰਪੈਰੀਜ਼ਨ ਵੀ ਕੰਪਲੀਟ ਹੋ ਜਾਂਦਾ ਹੈ। ਹੁਣ ਆ ਜਾਂਦੇ ਸਮਰੀ ਤੇ। ਸਮਰੀ ਦੇ ਅੰਦਰ ਆਸ ਕੁਝ ਸਮੇਂ ਐਕਸਟਰਾ ਪੁਆਇੰਟ ਤਾਂ ਨਹੀਂ ਹੈ, ਬਟ ਇਹਦੇ ਉੱਤੇ ਵੀ ਇੱਕ ਵਾਰ ਰੀਡ ਦੇ ਦੇਣਾ, ਕੁਝ ਨया ਪੁਆਇੰਟ ਮਿਲਦਾ ਹੈ ਤਾਂ ਉਹਨਾਂ ਨੂੰ ਇੰਪੋਰਟੈਂਟ ਹੁੰਦਾ ਹੈ ਮੇਰੇ ਯਾਦ ਕਰਨਾ। ਹੁਣ ਆਪਾਂ ਐਕਸਰਸਾਈਜ਼ ਤੇ ਆ ਜਾਂਦੇ ਇੱਕ ਵਾਰ, ਐਕਸਰਸਾਈਜ਼ ਡਿਸਕਸ ਕਰਦੇ ਹਾਂ। ਐਕਸਰਸਾਈਜ਼ ਦੇ ਅੰਦਰ ਕੀ ਹੈ ਤੇ what are the difficulties that you would face in classification of animals if common fundamental features are not taken into account? ਤਾਂ ਡਿਫਿਕਲਟੀਜ਼ ਤਾਂ ਇਹ ਹੋਣਗੀਆਂ ਨਾ, ਇਹ ਤਾਂ ਬਹੁਤ ਹੀ ਬੇਸਿਕ ਕੁਐਸਚਨ ਹੈ ਕਿ ਕਿਸ ਬੇਸਿਸ ਤੇ ਕਲਾਸੀਫਾਈ ਕਰਾਂਗੇ। ਬੇਸਿਸ ਨਹੀਂ ਹੋਏਗਾ ਆਪਣੇ ਕੋਲ, ਰੈਂਡਮ ਕਲਾਸੀਫਿਕੇਸ਼ਨ ਹੋਏਗੀ, ਫਿਰ ਉਸ ਤੋਂ ਬਾਅਦ ਰਿਪੀਟ ਹੋ ਜਾਣਗੇ ਆਰਗੈਨਿਜ਼ਮਸ ਇੱਕ ਐਨੀਮਲ ਦੂਜੇ ਫਾਈਲਮ ਦੇ ਅੰਦਰ, ਕੋਈ ਹਾਇਰਾਰਕੀ ਨਹੀਂ ਰਹੇਗੀ ਕਲਾਸੀਫਿਕੇਸ਼ਨ ਦੀ, ਫਿਰ ਐਵੋਲੂਸ਼ਨ ਕਿਵੇਂ ਪਤਾ ਚੱਲੇਗਾ, ਤੇ ਇਹ ਸਾਰੇ ਪੁਆਇੰਟਸ ਹੈ। ਉਸ ਤੋਂ ਬਾਅਦ ਆ ਜਾਂਦੇ ਇਫ ਯੂ ਆਰ ਗਿਵਨ ਅ ਸਪੈਸੀਮਨ what are the steps you would follow to classify it? ਤਾਂ ਅਗਰ ਸਪੈਸੀਮਨ ਮਿਲਿਆ ਕੋਈ ਵੀ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨਹੀਂ ਦੇਖਣਾ ਕਿ ਕਿਹੜੇ ਕਿੰਗਡਮ ਦਾ ਹੈ, ਮਤਲਬ ਆਪਾਂ ਸਭ ਤੋਂ ਹਾਈਐਸਟ ਤੋਂ ਲੋਐਸਟ ਜਾਵਾਂਗੇ। ਕਿੰਗਡਮ ਪਤਾ ਚੱਲ ਗਿਆ, ਫਿਰ ਆਪਾਂ ਫਾਈਲਮ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ, ਫਾਈਲਮ ਕੀ, ਫਿਰ ਫਾਈਲਮ ਤੋਂ ਬਾਅਦ ਆਪਾਂ ਬਾਕੀ ਸਭ ਤੇ ਚਲੇ ਜਾਵਾਂਗੇ, क्लास की है, ऑर्डर की है, मतलब डिवीजन, ये सब थे वो सब चले जावांगे। फिर क्लास, ऑर्डर, डिवीजन, ठीक है। फिर उसके बाद आ जाते ਤੇ ਹੋਰ ਕਿਵੇਂ ਕਲਾਸੀਫਾਈ ਕਰ ਸਕਦੇ, ਜਿਵੇਂ ਐਕਸਟਰਨਲ ਅਪੀਅਰੈਂਸ ਦੇ ਬੇਸਿਸ ਤੇ ਉਹਨਾਂ ਦਾ ਸਕੈਲੇਟਨ ਕਿਵੇਂ ਆ। ਫਿਰ ਆਪਾਂ ਸਕੈਲੇਟਨ ਤੋਂ ਇਲਾਵਾ ਮੈਟਾਮਰਿਜ਼ਮ ਦੇਖ ਸਕਦੇ ਹਾਂ, ਫਿਰ ਉਸ ਤੋਂ ਬਾਅਦ ਉਹਦੀ ਸਿਮੈਟਰੀ ਦੇਖੀ ਜਾ ਸਕਦੀ ਹੈ ਐਕਸਟਰਨਲੀ। ਇਹ ਸਾਰੇ ਜਿਹੜੇ ਵੀ ਪੁਆਇੰਟਸ ਸਕੈਲੇਟਨ, ਮੈਟਾਮਰਿਜ਼ਮ, ਸਿਮੈਟਰੀ ਐਕਸਟਰਨਲੀ ਦੇਖ ਸਕਦੇ ਆ। ਸਕੈਲੇਟਨ ਕਿਵੇਂ ਐਕਸਟਰਨਲੀ ਦੇਖ ਸਕਦੇ ਕਿ ਜਦੋਂ ਆਪਾਂ ਉਹਨੂੰ ਟੱਚ ਕਰਕੇ ਫੀਲ ਕਰਾਂਗੇ ਜਾਂ ਫਿਰ ਉਹਦੀ ਬੋਡੀ ਨੂੰ ਥੋੜਾ ਬਹੁਤ ਮੂਵ ਕਰਕੇ ਦੇਖਾਂਗੇ ਤਾਂ ਆਪਾਂ ਨੂੰ ਪਤਾ ਚੱਲੇਗਾ ਹਾਰਡ ਸਕੈਲੇਟਨ है या सॉफ्ट skeleton है, skeleton एब्सेंट ही है ऑल टुगेदर। ठीक है, उस तो बाद आ जाएगा how useful it is to study the nature of body cavity and coelom in the classification of animals। body cavity ਤੇ coelom ਦਾ ਇਹ ਫਾਇਦਾ ਹੁੰਦਾ, ਇਹ ਆਪਾਂ ਨੂੰ ਆਰਗੇਨਾਈਜੇਸ਼ਨ ਦੇ ਬਾਰੇ ਦੱਸਦੇ, ਤੇ ਮਤਲਬ ਬੋਡੀ ਦੇ ਅੰਦਰ ਆਰਗੇਨਾਈਜੇਸ਼ਨ ਕਿਵੇਂ ਹੈ ਤੇ ਬੋਡੀ ਦਾ ਸਟਰਕਚਰ ਕਿਵੇਂ ਹੈ। ਤੇ ਬੋਡੀ ਕੈਵਿਟੀ ਅਗਰ ਮੋਸਟਲੀ ਪ੍ਰੈਜ਼ੈਂਟ ਹੁੰਦੀ ਹੈ ਤਾਂ ਬੋਡੀ ਕੈਵਿਟੀ ਦੇ ਅੰਦਰ ਹੀ ਸਾਰੇ ਆਰਗਨਸ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। ਤਾਂ ਉਹ ਵੀ ਇਹ ਵੀ ਦੱਸਦੇ ਕਿ ਲੈਵਲ ਆਫ ਆਰਗੇਨਾਈਜੇਸ਼ਨ ਕਿਵੇਂ ਹੈ, ਉਹਦੇ ਨਾਲ ਵੀ ਆਪਾਂ ਕੋਰਿਲੇਟ ਕਰ ਸਕਦੇ ਹਾਂ। ਤਾਂ ਕਰਕੇ ਸਾਰੇ ਇੰਪੋਰਟੈਂਟ ਹੁੰਦੇ ਨੇ। ਤੇ ਸੀਲਮ ਵੀ ਸੇਮ ਹੀ ਹੈ ਕਿ ਬੋਡੀ ਕੈਵਿਟੀ ਇਜ਼ ਓਨਲੀ ਸੀਲਮ। ਇਹ ਆਪਾਂ ਨੂੰ ਇਹ ਵੀ ਦੱਸੇਗਾ ਕਿ ਅਗਰ ਸੀਲਮ ਐਬਸੈਂਟ ਹੈ ਕਿ ਮਤਲਬ ਟ੍ਰਿਪਲਿਕ ਜਾਂ ਤਾਂ ਮੋਸਟਲੀ ਡਿਪਲੋਬਲਾਸਟਿਕ ਹੋ ਸਕਦੇ ਜਾਂ ਫਿਰ ਟ੍ਰਿਪਲੋਬਲਾਸਟਿਕ ਨਾਲ ਪਲੈਟੀ ਹੈਲਮੈਂਟਸ ਹੋ ਸਕਦੇ ਨੇ। ਹੁਣ ਇੰਟਰਾਸੈਲਰ ਤੇ ਐਕਸਟਰਾਸੈਲਰ ਡਾਈਜੈਸ਼ਨ ਦੇ ਅੰਦਰ ਕੀ ਫਰਕ ਹੈ, ਇਹਦਾ ਮਤਲਬ ਇਹ ਹੈ ਜਿਵੇਂ ਹੁਣ ਬੇਸਿਕ ਐਗਜ਼ਾਮਪਲ ਲੈਂਦੇ ਹਾਂ। ਸਭ ਤੋਂ ਪਹਿਲਾਂ ਸਟਮਕ ਦੇ ਅੰਦਰ ਕੋਈ ਡਾਈਜੈਸ਼ਨ ਹੋ ਰਹੀ ਹੈ, ਠੀਕ ਹੈ, ਈਸੋਫੇਗਸ ਤੋਂ ਫੂਡ ਆਇਆ ਹੋ ਰਿਹਾ ਤੇ ਹੁਣ ਗੈਸਟ੍ਰਿਕ ਗਲੈਂਡਸ ਨੇ ਆਪਣੇ ਜੂਸਸ ਰਿਲੀਜ਼ ਕਰਤੇ ਤੇ ਅੰਦਰ ਹੁਣ ਫੂਡ ਪਾਰਟੀਕਲ ਦਾ ਸਭ ਡਾਈਜੈਸਟ ਹੋ ਰਿਹਾ। ਹੁਣ ਜਿਹੜੀ ਇਹ ਡਾਈਜੈਸ਼ਨ ਹੋ ਰਹੀ ਹੈ ਦਿਸ ਇਜ਼ ਐਕਸਟਰਾ ਸੈਲੂਲਰ, ਕਿਸੇ ਸੈੱਲ ਦੇ ਅੰਦਰ ਤਾਂ ਨਹੀਂ ਟੇਕ ਪਲੇਸ ਕਰ ਰਹੀ, ਤਾਂ ਮਤਲਬ ਐਕਸਟਰਾ ਸੈਲੂਲਰ ਹੈ। ਬਟ ਇਸ ਤੋਂ ਆਪੋਜ਼ਿਟ ਜਿਹੜੀ ਡਾਈਜੈਸ਼ਨ ਇੱਕ ਸੈੱਲ ਦੇ ਅੰਦਰ ਹੁੰਦੀ ਹੈ, ਮਤਲਬ ਸੈੱਲ ਨੇ ਕੋਈ ਫੂਡ ਪਾਰਟੀਕਲ ਇਨਗਲਸ਼ ਕੀਤਾ, ਫਿਰ ਉਸ ਤੋਂ ਬਾਅਦ ਆਰਗਨ ਲਾਈਸੋਜ਼ਾਈਮ ਜਾ ਕੇ ਉਹਦੇ ਨਾਲ ਫਿਊਜ਼ ਹੋ ਗਿਆ ਤੇ ਉਸ ਲਾਈਸੋਜ਼ੋਮ ਜਾ ਕੇ ਫਿਊਜ਼ ਹੋ ਗਿਆ ਤੇ ਉਹਨੇ ਐਨਜ਼ਾਈਮਸ ਰਿਲੀਜ਼ ਕੀਤੇ, ਦੈਟ ਇਜ਼ ਇੰਟਰਾਸੈਲੂਲਰ। ਤੇ ਐਵੇਂ ਆਪਾਂ ਡਿਫਰੈਂਸਸ ਬੋਲਾਂਗੇ ਕਿ ਡਾਈਜੈਸ਼ਨ ਇੰਟਰਾ ਹੈ ਜਾਂ ਫਿਰ ਐਕਸਟਰਾ ਸੈਲੂਲਰ ਹੈ। Sorry.
ਹੁਣ ਆਏਗਾ ਡਿਵੈਲਪਮੈਂਟ ਡਾਇਰੈਕਟ ਤੇ ਇਨਡਾਇਰੈਕਟ ਦੇ ਅੰਦਰ ਕੀ ਡਿਫਰੈਂਸ ਹੈ। ਡਾਇਰੈਕਟ ਦੇ ਅੰਦਰ ਇਹ ਮਤਲਬ ਹੈ ਕਿ ਐਡਲਟ ਫਾਰਮ ਤੇ ਜਿਹੜੀ ਉਹਦੀ ਚਾਈਲਡ ਫਾਰਮਸ ਹੁੰਦੀਆਂ ਨੇ, ਜਦੋਂ ਉਹਦੀ ਗਰੋਇੰਗ ਡਿਵੈਲਪਮੈਂਟਲ ਸਟੇਜਸ ਹੁੰਦੀਆਂ ਨੇ, ਉਹ ਇੱਕ ਦੂਜੇ ਨਾਲ ਕੋਰਸਪੋਂਡ ਕਰ ਰਹੀਆਂ ਨੇ। ਬਟ ਇਨਡਾਇਰੈਕਟ ਦਾ ਮਤਲਬ ਹੈ ਕੁਝ ਲਾਰਵਲ ਸਟੇਜਸ ਪ੍ਰੈਜ਼ੈਂਟ ਹੈ, ਉਹਨਾਂ ਦਾ ਸਟਰਕਚਰ ਅਲੱਗ ਹੈ ਤੇ ਉਹ ਮੈਟਾਮੋਰਫੋਸਿਸ ਅੰਡਰਗੋ ਕਰਕੇ ਜਾਂ ਫਿਰ ਚੇਂਜਸ ਅੰਡਰਗੋ ਕਰਕੇ ਫਿਰ ਜਾ ਕੇ ਅਡਲਟ ਫਾਰਮ ਦੇ ਅੰਦਰ ਜਾਂਦਾ। What are the peculiar features that you find in parasitic platyhelminths? Peculiar features ਤਾਂ ਇਹ ਹੈ ਕਿ ਉਹਨਾਂ ਕੋਲ ਹੁਕਸ ਐਂਡ ਸਕਰਸ ਹੁੰਦੇ ਨੇ। ਹੁਕਸ ਹੈ, ਸਕਰਸ ਪ੍ਰੈਜ਼ੈਂਟ ਹੈ, ਜਿਨ੍ਹਾਂ ਨਾਲ ਉਹ ਬੋਡੀ ਕੈਵਿਟੀ ਨਾਲ ਅਟੈਚ ਹੋ ਜਾਂਦੇ ਨੇ ਤੇ ਉਹਦੇ ਥਰੂ ਆਪਣੀ ਨਿਊਟ੍ਰੀਸ਼ਨ ਦਿੰਦੇ ਨੇ ਤੇ ਉਹਨਾਂ ਜਿਹੜੀ ਸਕਿਨ ਹੁੰਦੀ ਹੈ ਉਹ ਵੀ ਐਬਜ਼ੌਰਪਸ਼ਨ ਸ਼ੋ ਕਰਦੀ ਹੈ, ਨਿਊਟ੍ਰੀਸ਼ਨ ਐਬਜ਼ੌਰਬ ਕਰਨ ਦੀ। What are the reasons you think for the arthropods to constitute the largest group of animal kingdom? कि arthropods largest group क्यों है animal kingdom का? ਇਹਦਾ ਮਤਲਬ ਇਹ ਹੈ ਕਿ ਜਿਹੜੇ arthropods ਹੈ ਉਹ ਉਹਨਾਂ ਜਿਹੜਾ ਐਗਜ਼ੋਸਕੈਲਟਨ ਹੈ ਨਾ, ਕਾਈਟਨ, ਉਹ ਹਾਈਲੀ ਅਨਲਾਈਕਲੀ ਹੈ ਕਿਸੇ ਵੀ ਐਨਜ਼ਾਈਮ ਦੇ ਉੱਤੇ ਉਹਦਾ ਐਕਟ ਕਰਕੇ ਤੇ ਉਹਨੂੰ ਡਿਸੋਲਵ ਕਰਨਾ ਜਾਂ ਫਿਰ ਉਹਨਾਂ ਦੀ ਡੈਥ ਹੋਣਾ। ਤਾਂ ਕਰਕੇ ਦਿਸ ਇਜ਼ ਵਨ ਆਫ ਦੀ ਰੀਜ਼ਨਸ ਕਿ ਉਹ ਲਾਰਜੈਸਟ ਗਰੁੱਪ ਹੈ। ਹੁਣ ਉਸ ਤੋਂ ਇਲਾਵਾ ਉਹਨਾਂ ਦੀ ਡਾਇਵਰਸਿਟੀ ਜਾਂ ਫਿਰ ਉਹਨਾਂ ਦੀ ਵੇਰੀਏਬਿਲਿਟੀ ਕਿੰਨੀ ਹੈ। ਉਹ ਹਰ ਇੱਕ ਹੈਬਿਟੈਟ ਦੇ ਅੰਦਰ ਮਿਲਦੇ ਨੇ ਕਿ ਹੈਬਿਟੈਟ ਉਹਨਾਂ ਦੇ ਅਲੱਗ ਹੈ, ਫਿਰ ਹੈਬਿਟੈਟ ਤੋਂ ਇਲਾਵਾ ਉਹਨਾਂ ਦੇ ਰੈਸਪੀਰੇਟਰੀ ਆਰਗਨਸ ਦੇ ਅੰਦਰ ਵੈਰਾਈਟੀ ਹੈ, ਫਿਰ ਉਸ ਤੋਂ ਬਾਅਦ ਗਰੁੱਪ ਦੇ ਅੰਦਰ ਰਹਿਣਾ ਜਾਂ ਸੋਲਿਟਰੀ ਰਹਿਣਾ, ਇਹ ਸਭ ਫੀਚਰਸ ਆ ਜਾਂਦੀਆਂ ਨੇ ਉਹਨਾਂ ਦੇ ਰੀਜ਼ਨ ਕਿ ਉਹ ਲਾਰਜੈਸਟ ਗਰੁੱਪ ਕਿਉਂ ਹੈ। ਹੁਣ what are the vascular system? Water vascular system is characteristic of which of the following group? Water vascular system ਆਪਾਂ ਨੂੰ ਮਿਲਦਾ ਹੈ Echinodermata ਦੇ ਅੰਦਰ। All vertebrates are chordates, but all chordates are not vertebrates. ਇਹਦਾ ਕੀ ਮਤਲਬ ਹੈ? ਹੁਣ ਜਦੋਂ ਆਪਾਂ ਨੇ chordata ਪੜ੍ਹਿਆ ਸੀ ਅੱਜ ਦੇ ਲੈਕਚਰ ਦੇ ਸਟਾਰਟਿੰਗ 'ਚ, ਉਦੋਂ ਆਪਾਂ ਨੇ chordata ਨੂੰ ਦੋ ਸਬ ਫਾਈਲਮ ਦੇ ਅੰਦਰ ਡਿਵਾਈਡ ਕੀਤਾ ਸੀਗਾ। ਇੱਕ ਸੀਗਾ protochordates ਤੇ ਦੂਜਾ ਸੀਗਾ vertebrata। ਹੁਣ ਇਹਦਾ ਇਹ ਮਤਲਬ ਹੈ ਸਾਰੇ vertebrates chordates ਦੇ ਅੰਦਰ ਆਉਂਦੇ ਨੇ, ਬਟ ਸਾਰੇ chordates vertebrates ਦੇ ਅੰਦਰ ਨਹੀਂ ਆਉਂਦੇ ਕਿਉਂਕਿ ਕੁਝ chordates protochordates ਹੈ which are not vertebrates। ਹੁਣ ਆ ਗਿਆ how it is important for the presence of air bladder in Pisces। ਹੁਣ air bladder ਕੀ ਹੈ ਕਿ chondrichthyes ਦੇ ਅੰਦਰ absent ਹੈ, chondrichthyes ਦੇ ਅੰਦਰ absent ਹੈ ਤੇ ostrich-thyes ਦੇ ਅੰਦਰ present ਹੈ। ਹੁਣ ਇਹਦਾ ਕੀ ਮਤਲਬ ਹੈ? ਇਹ ਆਪਾਂ ਨੇ ਪੜ੍ਹਿਆ ਸੀਗਾ, ਮੈਨੂੰ ਦੱਸਿਆ ਸੀ ਹੁਣੀ ਜਸਟ ਕਿ ਜਿਹੜਾ ਏਅਰ ਬਲੈਡਰ ਹੈ ਉਹ ਬੋਇੰਸੀ ਨੂੰ, ਬੋਇੰਟ ਫੋਰਸ ਨੂੰ ਬੈਲੈਂਸ ਕਰਨ ਲਈ ਹੁੰਦਾ ਤੇ ਉਹ ਬੋਇੰਸੀ ਮੇਨਟੇਨ ਕਰਨ ਲਈ ਹੁੰਦਾ। ਅਗਰ ਏਅਰ ਬਲੈਡਰ ਪ੍ਰੈਜ਼ੈਂਟ ਹੋਏਗਾ ਤਾਂ ਮਤਲਬ ਜਿਹੜੀ ਕੋਈ ਆਰਗੈਨਿਜ਼ਮ ਹੈ, ਫਿਸ਼ ਹੈ, ਉਹ ਵਾਟਰ ਦੇ ਅੰਦਰ ਸਟਿਲ ਰੁਕ ਸਕਦੀ ਹੈ। ਬਟ ਅਗਰ ਏਅਰ ਬਲੈਡਰ ਐਬਸੈਂਟ ਹੈ ਤਾਂ ਉਹਦਾ ਜਿਹੜਾ ਬੋਡੀ ਦੇ ਉੱਪਰ ਫੋਰਸਿਸ ਹੈ ਉਹ ਬੈਲੈਂਸ ਆਊਟ ਨਹੀਂ ਹੋ ਰਿਹਾ ਐਂਡ ਇਟ ਵਿਲ ਸਿੰਕ। ਤਾਂ ਕਰਕੇ ਉਹਨੂੰ ਕੰਟੀਨਿਊਸਲੀ ਸਵਿਮ ਕਰਨਾ ਪਏਗਾ। ਬਰਡਸ ਦੇ ਅੰਦਰ ਕੀ ਮੋਡੀਫਿਕੇਸ਼ਨ ਹੈ ਜਿਹੜੀ ਉਹਨਾਂ ਨੂੰ ਫਲਾਈਂਗ ਦੇ ਅੰਦਰ ਹੈਲਪ ਕਰਦੀ ਹੈ? ਸਭ ਤੋਂ ਪਹਿਲਾਂ ਤਾਂ ਆ ਜਾਏਗਾ ਨਿਊਮੈਟਿਕ ਬੋਨ ਦਾ, ਉਸ ਤੋਂ ਪਹਿਲਾਂ ਵੀ ਕੀ ਆਏਗਾ ਫੋਰ ਲਿੰਬਸ ਆਰ ਮੋਡੀਫਾਈਡ ਟੂ ਵਿੰਗਸ, ਉਸ ਤੋਂ ਬਾਅਦ ਆਏਗਾ ਨਿਊਮੈਟਿਕ ਬੋਨਸ ਹੈ, feathers present है, फिर आ जाएगा feathers हो गया, pneumatic bones हो गया,
फिर आएगा कि ਜਿਹੜੇ ਸਿੰਗਲ ਓਵਰੀ ਦੱਸਿਆ ਗਿਆ ਸੀ ਤੁਹਾਨੂੰ ਕਿ ਸਿੰਗਲ ਓਵਰੀ ਉਹਨਾਂ ਦਾ weight ਘੱਟ ਕਰਨ ਲਈ, ਤੇ ਉਸ ਤੋਂ ਇਲਾਵਾ ਇਹ ਵੀ ਹੈ ਕਿ ਉਹਨਾਂ ਕੋਲ ਸਿਸਟਮਿਕ ਆਰਚ ਇੱਕ ਹੀ ਪ੍ਰੈਜ਼ੈਂਟ ਹੁੰਦੀ ਹੈ, ਫਿਰ ਏਅਰ ਸੈਕਸ ਪ੍ਰੈਜ਼ੈਂਟ ਹੁੰਦੇ ਆ, ਏਅਰ ਸੈਕਸ ਸਿੰਗਲ ਓਵਰੀ। ਫਿਰ ਉਸ ਤੋਂ ਇਲਾਵਾ ਆਏਗਾ ਕਿ ਸਕਿਨ ਡਰਾਈ ਰਹਿੰਦੀ ਹੈ, ਤੇ ਇਹ ਸਾਰੇ ਜਿਹੜੇ ਮੋਡੀਫਿਕੇਸ਼ਨਸ ਹੈ ਉਹ ਤੁਹਾਨੂੰ ਲਾਈਨ ਦੇ ਅੰਦਰ ਹੈਲਪ ਕਰਦੀਆਂ ਨੇ। फिर आ गया, could the number of eggs or young ones produced by oviparous and viviparous mother be equal and why? Equal नहीं हो सकते हैं क्योंकि ਜਿਹੜੇ viviparous mother ਹੈ ਉਹ ਹਮੇਸ਼ਾ ਸਾਈਕਲਸ ਦੇ ਥਰੂ ਹੁੰਦੇ ਉਹਨਾਂ ਦਾ, ਤੇ ਉਹ डिक्रीज्ड मतलब कंपैरेटिवली लेस नंबर ऑफ एग्स प्रोड्यूस करते हैं, क्योंकि फर्टिलाइजेशन इंटरनल है तो देयर आर ग्रेटर चांसेस कि एग फर्टिलाइज हो जाएगा। बट ओविपारस के अंदर की केस ਹੁੰਦਾ कि फर्टिलाइजेशन ਹੁੰਦੀ एक्सटर्नल, तो ਉਹਨਾਂ ਨੂੰ ਆਪਣੇ एनवायरनमेंट ਦੇ ਅੰਦਰ एग्स रिलीज करने ਹੁੰਦੇ हैं, तो इट शुड बी इन ग्रेटर अमाउंट ताकि so that to increase the chances of fertilization। When segmentation of the body is first observed in which of the following annelida? ਹੁਣ कुछ मैच तो फॉलोइंग है। सब तो पहला आ गया ऊपर किलम कितने अंदर प्रेजेंट होंगे ऑस्टिक चीज के अंदर, पैरापोडिया कितने बंद होंगे एनालिडा कोई, स्केल्स प्रेजेंट होंगे कॉन्ड्रिक्टिस, कोमडेट अपन मिलती टीनोफोराच, रेडिला मोलस्का, हेयर मैमिलिया, क्वानोसाइट्स मिलते अपन हॉरीफेरा के अंदर, फिर गिलसेट्स मिलेंगे रेप्टिलिया। गिलसेट्स ਲਈ ਆਏਗਾ कॉन्ड्रिक्टिस एंड साइक्लोस्टोमेटा, बट स्केल्स ਲਈ रेप्टिलिया आएगा क्योंकि साइक्लोस्टोमेटा के अंदर स्केल्स एब्सेंट ਹੁੰਦੇ ਆ। Prepare a list of some animals that are found parasitic on human beings। ਹੁਣ ਇਹਦੇ ਅੰਦਰ ਤਾਂ ਬਹੁਤ ਸਾਰੇ ਐਨੀਮਲ ਆਣਗੇ, हम सब तो पहला आ जाएगा प्लैटीहेल्मिन्थ्स। प्लैटीहेल्मिन्थ्स के अंदर आ जाएगा फ्लैटवर्म्स जैसे कि टीनिया, फिर उसके बाद एसके हेल्मिन्थ्स आएंगे, उनके अंदर राउंड वर्म आ जाएगा, फिर हुकवर्म पिनवर्म सब कुछ आएगा। फिर एक हो गया, फिर उसके बाद एनालिडा एसिड नहीं ध्यान हो जाए, फिर एनालिडा के बाद आएगा आर्थ्रोपोडा। आर्थ्रोपोडा के अंदर अपन मिल जाएंगे जिनमें जी हेयर बग्स होती ने वो सब। फिर उसके बाद मोलस्का के अंदर भी नहीं है सच, इकाइनोडर्मेटा हेमिकॉर्डेटा भी नहीं है, मेनली तो यही एनिमल्स है। इसके बाद ये लिस्ट बहुत लंबी है, इन्होंने कोई भी एनिमल इंक्लूड हो सकते हैं। सो विद दिस वी आर कंप्लीटेड विद द चैप्टर, ਤੇ ਇਹਨਾਂ ਦਾ ਆਪਾਂ ਨੇ ਐਨੂਅਲ ਕੰਡਮ ਨੂੰ ਕਵਰ ਕੀਤਾ ਉਹਦੀ ਐਕਸਰਸਾਈਜ਼ ਦੇ ਨਾਲ। ਤਾਂ ਇਹ ਚੈਪਟਰ ਦੇ ਅੰਦਰ ਬਹੁਤ ਕੁਝ ਯਾਦ ਕਰਨ ਲਈ ਹੈ, ਬਟ ਐਟ ਦੀ ਐਂਡ ਜਿਹੜਾ ਟੇਬਲ ਹੈ ਉਹ ਹਰ ਚੀਜ਼ ਨੂੰ ਸਮਰਾਈਜ਼ ਕਰ ਦਿੰਦਾ। ਤਾਂ ਟੇਬਲ ਨੂੰ ਹਮੇਸ਼ਾ ਰਿਵੀਜ਼ਨ ਲਈ ਯੂਜ਼ ਕਰਨਾ ਹੈ, ਬਹੁਤ ਇੰਪੋਰਟੈਂਟ ਟੇਬਲ ਹੈ। ਤੇ ਇਹਦੀ ਲਾਈਨਸ ਤੇ ਐਨਸੀਈਆਰਟੀ ਨੂੰ ਬਾਰ-ਬਾਰ ਪੜ੍ਹਦੇ ਜਾਣਾ, ਕਿਉਂਕਿ ਐਨਸੀਈਆਰਟੀ ਤੋਂ ਹੀ क्वेश्चन आते हैं डाइवर्सिटी वाले चैप्टर्स को। डाइवर्सिटी वाले चैप्टर्स बहुत ज्यादा वास्ट है, कुछ भी बहुत सारी एग्जांपल्स बहुत सारी इंफॉर्मेशन है, बट ये अंदर सिर्फ एनसीईआरटी पे ही फोकस करना है क्योंकि सारे क्वेश्चन उत्थे आते हैं 95% ऑफ द टाइम। सो हैव अ गुड डे, हैप्पी लर्निंग।